वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागी हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु जी 9 खंडां का भ्रमण कर रहे हैं और इन्हां वख-वख अस्थानां ते जांदियां जिहड़ा पहला खंड सी वो सी इलाबरत, जिहड़ा दूसरा खंड सी वो सी हिरण खंड, तीसरा जिहड़ा सी वो सी किंग पुरख। इथों होंदे होए सतगुरु पातशाह महाराज जदों अगे आए ते अगे सी हर वर्ख खंड। इत्थे आके सतगुरां ने की वेखिया कि लोग खास करके इत्थे राजे का जिक्र आउंदा है जिस दे घर विच संतान नहीं सी। सतगुरु जी ने उस दे घर पुत्र दी बच्चे दी बख्शिश की और इथों दे लोकां नूं परमेश्वर दी भगती नाल सिमरन नाल संगत नाल सेवा नाल जोड़िया। अगे सतगुरु गए ने वो है कुरखंड, जिहड़ा अगला खंड है। मैं इस गल का जिक्र पहला भी कई बारी आप जी नाल कीता है। कई बारी असीं सोचते हैं कि पाप ते पुण्य किसी नूं देण विच पुण्य है, किसी तो खो लैण विच पाप है, किसी का हक मार लेना पाप है, किसी की मदद कर देनी ये पुण्य है। इहो जिहियां गल्लां विच असीं पाप पुण्य नूं सीमित कीता होया है। पर जिहड़ी गल मैनूं समझ आई है कि चंगी सलाह चंगी मत तो वड्डा पुण्य कोई नहीं, ते माड़ी सलाह ते माड़े
ਮਾੜੀ ਸਲਾਹ ਦੇਣੀ ਕਿਸੇ ਨੂੰ ਜਾਂ ਕਿਸੇ ਨੂੰ ਮਾੜੇ ਪਾਸੇ ਤੋਰ ਦੇਣਾ, ਇਸ ਤੋਂ ਵੱਡਾ ਪਾਪ ਕੋਈ ਨਹੀਂ ਹੈ। ਕਿਸੇ ਨੂੰ ਗਲਤ ਸਲਾਹ ਦੇ ਦੇਣੀ, ਕਿਸੇ ਨੂੰ ਗਲਤ ਸਿੱਖਿਆ ਦੇ ਦੇਣੀ, ਇਹ ਸਭ ਤੋਂ ਵੱਡਾ ਪਾਪ ਹੈ। ਹੁਣ ਤੁਸੀਂ ਸਕੂਲਾਂ ਵਿੱਚ ਬੱਚਿਆਂ ਨੂੰ ਕੀ ਲੈਣ ਲਈ ਭੇਜਦੇ ਹੋ? ਚੰਗੀ ਮੱਤ। ਮਾੜੀ ਮੱਤ ਤੇ ਉਹਨਾਂ ਨੂੰ ਗਲੀਆਂ 'ਚੋਂ ਫਰੀ ਮਿਲ ਜਾਂਦੀ ਹੈ, ਮੁਫਤ ਮਿਲ ਜਾਂਦੀ ਹੈ, ਜਿਹਦੇ ਵਾਸਤੇ ਕਿਸੇ ਸ਼ਿੱਦਤ ਦੀ, ਕਿਸੇ ਤਰੱਦਦ ਦੀ ਲੋੜ ਹੀ ਕੋਈ ਨਹੀਂ ਪਾਈ। ਤਾਂ ਗੁਰੂ ਸਾਹਿਬ ਨੇ ਇਹਨਾਂ ਨੂੰ ਚੰਗੇ ਰਸਤੇ ਤੇ ਤੋਰਿਆ। ਇਹ ਸੱਚ ਦਾ ਰਸਤਾ ਹੈ। ਜਦੋਂ ਤੁਸੀਂ ਇਸ ਰਸਤੇ ਤੇ ਚੱਲਦੇ ਹੋ ਤੇ ਆਪਣੇ ਆਪ ਸੰਸਾਰ ਫਿਰ ਤੁਹਾਡੀ ਉਸਤਤ ਕਰਦਾ ਹੈ। ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਹੁਣ ਸੱਚ ਦਾ ਮਾਰਗ ਕੀ ਹੈ? ਸੱਚ ਦਾ ਮਾਰਗ ਹੈ ਭਾਈ ਸੰਗਤ ਕਰੋ, ਸੇਵਾ ਕਰੋ, ਸਿਮਰਨ ਕਰੋ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਸੱਚ ਦਾ ਮਾਰਗ ਹੈ। ਸੱਚ ਦਾ ਮਾਰਗ ਇਹ ਨਹੀਂ ਜੀ ਮੈਂ ਤਾਂ ਸੱਚ ਬੋਲਦਾ ਜੀ, ਵੀ ਬੋਲਦਾ ਹੈ, ਕਮਾਉਣਾ ਵੀ ਹੈ। ਕਿਉਂਕਿ ਬਹੁਤਿਆਂ ਦਾ ਜਿਹੜਾ ਸੱਚ ਬੋਲਣਾ ਹੈ ਉਹ ਅੱਗ ਉਗਲਣ ਵਰਗਾ ਹੀ ਹੈ। ਤੁਸੀਂ ਵੇਖਿਆ ਹੋਣਾ ਕਈ ਬੰਦੇ, ਮੈਂ ਤਾਂ ਜੀ ਸੱਚ ਬੋਲਦਾ। ਸੱਚ ਕਾਹਦਾ ਬੋਲਣਾ ਹੈ? ਕਈ ਲੋਕ ਲੂਤੀ ਲਾਉਂਦੇ ਨੇ। ਸੱਚ ਬੋਲਣ ਦਾ ਅਰਥ ਇਹ ਨਹੀਂ ਹੁੰਦਾ। ਦੇਖੋ ਸੱਚ ਬੋਲਣ ਦੇ ਕਈ ਤਰੀਕੇ ਨੇ। ਆਪਣੀ ਗੱਲ ਨੂੰ ਕਹਿਣ ਦੇ ਹਜ਼ਾਰਾਂ ਤਰੀਕੇ ਨੇ ਭਾਈ। ਉਸੇ ਸੱਚ ਨੂੰ ਹੋਰ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਹੈ। ਪਰ ਜਿਸ ਤਰੀਕੇ ਨਾਲ ਅਸੀਂ ਸੱਚ ਬੋਲਦੇ ਹਾਂ, ਮੈਂ ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਕਿ ਮੈਂ ਤੇ ਮੇਰੇ ਤੋਂ ਮੇਰਾ ਵੱਡਾ ਭਰਾ, ਇੱਕ ਸਾਡੇ ਨਾਲ ਸਾਡਾ ਦੋਸਤ ਸੀ, ਉਹ ਵੀ ਅੱਜ ਕੱਲ੍ਹ ਅਮਰੀਕਾ ਹੁੰਦਾ, ਇੱਥੇ ਗ੍ਰੰਥੀ ਨੇ ਭਾਈ ਜੈ ਕਿਸ਼ਨ ਸਿੰਘ। ਅਸੀਂ ਤਿੰਨ ਆਦਮੀ, ਤਿੰਨੇ ਬੱਚੇ ਸੀ ਛੋਟੇ ਛੋਟੇ। ਮੇਰੀ ਉਮਰ 14 ਸਾਲ ਸੀ। ਅਸੀਂ ਰਾਤ ਸ਼ਹਿਰ ਗਏ ਆ, ਉੱਥੇ ਰਹੇ ਆ। ਸਵੇਰੇ ਉੱਥੋਂ ਆ ਰਹੇ ਆ ਤੇ ਆਪਣੇ ਪਿੰਡ ਤੋਂ 14 ਕਿਲੋਮੀਟਰ ਦੂਰ ਵੱਡੀ ਸੜਕ ਸੀ, ਉੱਥੇ ਅਸੀਂ ਉਤਰੇ। ਅੱਗੋਂ ਅਸੀਂ ਵੇਖ ਰਹੇ ਵੀ ਕੋਈ ਟਰੈਕਟਰ ਮਿਲ ਜਾਏ, ਕੋਈ ਟਰਾਲੀ ਮਿਲ ਜਾਏ, ਕਿਉਂਕਿ ਬੱਸ ਦਾ ਅਜੇ ਟਾਈਮ ਨਹੀਂ ਸੀਗਾ। ਕੋਈ ਸਾਧਨ ਮਿਲੇ ਤਾਂ ਅਸੀਂ ਪਿੰਡ ਚਲੇ ਜਾਈਏ। ਅਸੀਂ ਮੋੜ ਤੇ ਖਲੋਤੇ ਆ। ਮਤਲਬ ਵੱਧ ਤੋਂ ਵੱਧ ਕੀ ਹੋਏਗਾ ਕਿ ਅਸੀਂ ਸ਼ਹਿਰੋਂ ਇੱਕ ਕੱਪ ਚਾਹ ਪੀਤਾ ਹੋਏਗਾ ਦੁਕਾਨ ਤੋਂ। ਕੋਈ ਏਡੇ ਅਮੀਰ ਤਾਂ ਹੈ ਨਹੀਂ ਸੀ ਵੀ ਅਸੀਂ ਰਾਤੀ ਹੋਟਲ 'ਚ ਰਹਿ ਜੀ। ਉਹ ਆੜਤੀਏ ਦੇ ਉੱਥੇ ਹੀ ਸੁੱਤੇ, ਜਿੱਥੇ ਉਹ ਸਾਰਾ ਦਿਨ ਉਹ ਗਾਹਕਾਂ ਨੂੰ ਨਿਭਾਉਂਦੇ, ਉੱਥੇ ਰਾਤੀ ਜੱਟ ਜ਼ਿਮੀਂਦਾਰ ਜਾ ਕੇ ਲੋਕ ਸੌਂ ਜਾਂਦੇ ਨੇ। ਹੁਣ ਮਹੀਨਾ ਕਿਹੜਾ ਹੈ? ਮਹੀਨਾ ਅਕਤੂਬਰ ਦਾ ਹੈ। ਸਵੇਰ ਦਾ ਟਾਈਮ ਹੈ। ਅਸੀਂ ਤਿੰਨੇ ਜਣੇ ਖਲੋਤੇ, ਇੱਕ ਸਾਈਕਲ ਤੇ ਬੰਦਾ ਆਉਂਦਾ ਹੈ। ਤੁਸੀਂ ਯਕੀਨ ਕਰੋ, ਪਤਾ ਉਹਨੇ ਕੀ ਕਿਹਾ? ਉਹ ਤੁਸੀਂ ਇੱਥੇ ਖਲੋਤੇ ਹੋ, ਤੁਹਾਡਾ ਤਾਂ ਪਿਓ ਮਰ ਗਿਆ। ਇਹ ਵਰਡ ਮੈਨੂੰ ਕੰਨਾਂ 'ਚੋਂ ਅਜੇ ਤੱਕ ਨਹੀਂ ਭੁੱਲੇ। ਇਹ 40-41 ਸਾਲ ਪੁਰਾਣੇ ਵਰਡ ਨੇ। ਮਤਲਬ ਇੱਕ 14 ਸਾਲ ਦਾ ਬੱਚਾ ਹੈ, ਉਹ ਖਲੋਤਾ ਹੈ ਸੜਕ ਤੇ, ਭੋਲੇ ਭਾ, ਔਰ ਉਹਨੂੰ ਕੋ ਆ ਕੇ ਕਵੇ ਤੇਰਾ ਤੇ ਪਿਓ ਮਰ ਗਿਆ। ਤੁਸੀਂ ਯਕੀਨ ਕਰਨਾ, ਸੀ 14 ਕਿਲੋਮੀਟਰ ਭੱਜ ਕੇ ਪਿੰਡ ਆਏ। ਦੱਸੋ ਉਹਦੇ ਸੱਚ ਬੋਲਣ ਨੂੰ ਕਿਹੜੇ ਗੋਡੇ ਗਿੱਟੇ ਤੇ ਲਾ ਲਈਏ? ਆਪਾਂ ਕਹਿੰਦੇ ਨੇ ਮੈਂ ਸੱਚ ਬੋਲਦਾ ਨਹੀਂ। ਕਾਹਦਾ ਸੱਚ ਬੋਲਦੇ ਅਸੀਂ? ਦੁਨੀਆ ਦਾ ਮੈਂ ਸਮਝਦਾ ਵੀ ਜਿਹੜਾ ਸੱਚ ਬੋਲਣਾ ਹੈ ਇਹ ਵੀ ਗੜੇ ਮਾਰ ਤੋਂ ਭੈੜਾ ਹੈ। ਬਹੁਤੇ ਲੋਕਾਂ ਦਾ ਸੱਚ ਬੋਲਣਾ ਸੁਖਦਾਈ ਨਹੀਂ ਹੈ, ਬਹੁਤ ਦੁਖਦਾਈ। 14 ਕਿਲੋਮੀਟਰ ਅਸੀਂ ਦੌੜ ਕੇ ਪਿੰਡ ਆਏ ਤੇ ਘਰ ਆਉਂਦਿਆਂ ਨੂੰ ਪਿਓ ਦੀ ਲਾਸ਼ ਪਈ। ਸਾਨੂੰ ਕਿਹੜਾ ਕਿਸੇ ਨੇ ਰੋਟੀ ਖਵਾ ਦੇਣੀ ਸੀ? ਤੇ ਜੇ ਇਹੀ ਗੱਲ ਕਹੀ ਜਾਂਦੀ ਵੀ ਕਾਕਾ ਜਦੋਂ ਮੈਂ ਤੁਰਿਆ ਮੈਨੂੰ ਪਤਾ ਲੱਗਾ ਤੁਹਾਡੇ ਫਾਦਰ ਸਾਹਿਬ ਠੀਕ ਨਹੀਂ ਹੈਗੇ ਤੇ ਤੁਸੀਂ ਜਿੰਨੀ ਛੇਤੀ ਹੋਵੇ ਘਰ ਪਹੁੰਚੋ,
गल तो ही नहीं सी। वो तुसी इत्थे खलोते हो, तुहाडा तो प्यो मर गया, ले दस हुण वो कहूगा जी मैं तो सच बोलिया। इस करके मैं तो हमेशा हथ जोड़दा भी सच बोलण वालिओ सच बोलना सीख लो। सच बोलना धर्म है। सर सच बोलने का एक तरीका भी तो है ना। हुण साडा एक सहपाठी सी, वो अपनी भैन दे पिंड गया लुधियाने कोले, संगरांद वाला दिन सी, कहंदा मैं गुरुद्वारे बोलना है। हुण सारिਆਂ ने कहा भी चलो बई साडे पिंड कुड़ी विआही है, उहदा भरा आया है ते नाले वो गुरमत की पढ़ाई करदा, इहनूं टाइम दिओ। टाइम दे दिता। माइक फड़दा पता की कहंदा, अमृत छक लो, ये कुत्तियां बिल्लियां वास्ते नहीं बढ़ाया महाराज ने। दसो हुण ये भी सच बोलना है। हुण एक आदमी निम दियां गोलियां वेचदा है, वो भी सच बोलदा है। मेरे को निम दियां गोलियां ने, लैणियां ते लै लो, खाणियां ते खा लो, नहीं तो आपे जो सौण भादों का महीना आएगा फोड़े निकलणगे, पीक पवेगी, मक्खियां बहणगियां, कीड़े चलणगे, लै वो भी सच बोलदा है। हुण सच की की परिभाषा है? हुण शब्द इको ही है, सच्चे मार्ग चलदियां उस्तत करे जहान। सच दे मार्ग ते तुरोगे तुहाडी संसार उस्तत करेगा। वो सच की है? वो सच्चे भी संगत करया करो, सेवा करया करो, सिमरन करया करो, किरत करया करो, वंड छकिया करो, नाम जपया करो। सच्चे पातशाह ने इन्हों इस मार्ग ते तोरिया। अगे सतगुरु पहुंचे ने, अगला खंड है कुर खंड। इत्थे की आके वेखिया, इत्थे लोगों की रीत ही उल्टी है। इत्थे लोग जदों घर बच्चा जमदा है तो रोंदे ने, जदों मरदा है तो हसदे ने। भाई मरदाना जी ने सतगुरां नूं पुछया कि बाबा ये की? मरदाना सुन के तिन गाथा, बूझन लगा प्रभु के साथा। बड़े कौतकी नर ए थाई, दवै बातें विपरीत कराई। कहता बाबा चंगी थां ते आए आ, दो गल्लां करदे ने ते दोवें उल्टियां पुल्टियां करी जांदे ने। जे बच्चा जमदा है तो रोंदे ने, मरदा है तो हसदे ने। कदे सुनिया आप जी ने इस तरह? कुरखंड दे लोग करदे सी। भाई मरदाने ने बाबा नानक जी तो पूछया भी बाबा ये की माजरा की है? इत्थों अज दी कथा आरंभ है। हाँ जी। श्री गुर कह सुनो मरदाना, इनके हृदय अदक अज्ञाना। सतगुरु गुरु नानक साहब कहन लगे, मरदानिया इन्हां दे हिरदे विच वड्डी अज्ञानता है। देखो सच इहो ही है कि जदों बच्चे का जन्म हुंदा है, क्यों हुंदा है, किवें हुंदा है, लिव छुड़की लगी तृष्णा, माया अमर परताया। बच्चा क्यों रोंदा है? क्योंकि वो जदों मां दे गर्भ विच सीगा ते वो कादे सिर ते जिउंदा सी? क्योंकि वो लिव परमात्मा नाल लगी हुई सी ते वो बचिया होया सी। ये सतगुरु दी बाणी दे विच शब्द ने, जैसी अगन उधर में तैसी बाहर माया। मात गर्भ में आपन सिमरन दे, तह तुम राखण हारे। वेखो माता दा गर्भ जेड़ा, मां दा पेट जेड़ा है, उहदे विच ही बच्चे दी घड़त घड़ी जाती है, बच्चे दी परवरिश होंदी है। उसे मां दे पेट विच रोज खाना खाधा जाता है तो सड़ के सुआह हो जाता है। कि बच्चे वेले जेठर अग्नि खत्म हो जाती है?
ਜਿਹੜੀਆਂ ਅਗਨੀਆਂ ਨੇ, ਮੇਰੀ ਇੱਕ ਬੇਨਤੀ ਹੈ ਵੀ ਨਾ ਤਾਂ ਬੱਚੇ ਬੋਲਣੋਂ ਹਟਦੇ ਨੇ, ਨਾ ਹੀ ਸੇਵਾਦਾਰ ਰੋਕਣ ਨੂੰ ਤਿਆਰ ਨੇ, ਨਾ ਹੀ ਪਰਿਵਾਰ ਉਹਨਾਂ ਨੂੰ ਸੰਭਾਲਣ ਲਈ ਤਿਆਰ ਨੇ। ਮੈਂ ਗੇਟ ਵਾਲਿਆਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ, ਇੰਨੀ ਸੰਗਤ ਤਾਂ ਹੈ ਨਹੀਂ ਕਿ ਆਪਾਂ ਉਹਨਾਂ ਨੂੰ ਰੋਕ ਕੇ ਕਹਿ ਨਹੀਂ ਸਕਦੇ। ਜੇ ਰੋਕ ਕੇ ਮੱਥਾ ਟਿਕਾਇਆ ਜਾ ਸਕਦਾ ਕਰੋਨੇ ਵੇਲੇ, ਤੇ ਹੁਣ ਵੀ 2 ਮਿੰਟ ਰੋਕ ਕੇ ਉੱਥੇ ਕਿਹਾ ਜਾ ਸਕਦਾ ਬਈ ਅੰਦਰ ਜਾਣਾ ਹੈ, ਬੱਚਿਆਂ ਨੂੰ ਸੰਭਾਲੋ। ਕੋਈ ਬਾਹਰ ਲਾਈਨਾਂ ਤੇ ਲੱਗੀਆਂ ਨਹੀਂ ਹੋਈਆਂ, ਬਾਹਰ ਕਹੋ ਉਹਨਾਂ ਨੂੰ, ਉਹਨਾਂ ਕੋਲ ਰੋਕ ਕੇ ਭੇਜੋ ਬੱਚਿਆਂ ਨੂੰ ਸਮਝਾ ਕੇ। ਦੁਬਾਰਾ ਕਰੋ। ਸ੍ਰੀ ਗੁਰ ਕਹੈ ਸੁਨੋ ਮਰਦਾਨਾ, ਇਨ ਕੈ ਹਿਰਦੈ ਅਦਕ ਅਗਿਆਨਾ। ਇਹ ਗੱਲ ਹੈ, ਸੱਚ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਬੱਚਾ ਪਰਮਾਤਮਾ ਤੋਂ ਟੁੱਟ ਕੇ ਆਉਂਦਾ ਹੈ। ਜਦੋਂ ਬੰਦੇ ਦੀ ਮੌਤ ਹੁੰਦੀ ਹੈ ਤੇ ਉਹ ਵਾਪਸ ਪਰਮਾਤਮਾ ਕੋਲ ਜਾਂਦਾ ਹੈ। ਤੇ ਜਨਮ ਤੇ ਰੋ ਲੈਣਾ ਤੇ ਮਰਨ ਤੇ ਹੱਸ ਲੈਣਾ ਕੋਈ ਬਹੁਤ ਵੱਡੀ ਵਿਰੋਧੀ ਗੱਲ ਨਹੀਂ ਹੈ, ਪਰ ਸਤਿਗੁਰੂ ਕਹਿਣ ਲੱਗੇ ਤਾਂ ਬਹੁਤ ਅਗਿਆਨਤਾ ਹੈ ਭਾਈ। ਇਹ ਤਾਂ ਲੋਕ ਵੱਡੇ ਅਗਿਆਨੀ ਨੇ ਜਿਹੜੇ ਇਸ ਤਰ੍ਹਾਂ ਕਰਦੇ ਨੇ। ਹਾਂਜੀ। ਵਾਹਿਗੁਰੂ ਜਬ ਜਗਤ ਪਠਾਵਤ, ਤਬ ਏ ਰੁਦਨ ਕਰਤ ਦੁਖ ਪਾਵਤ। ਸਤਿਗੁਰੂ ਕਹਿਣ ਲੱਗੇ ਮਰਦਾਨਿਆ, ਇਹ ਬੱਚੇ ਦੇ ਜਨਮ ਵੇਲੇ ਵੀ ਰੱਬ ਦੇ ਭਾਣੇ ਤੋਂ ਬਾਹਰ ਚਲੇ ਗਏ, ਕਿਉਂਕਿ ਜੇ ਬੱਚਾ ਸੰਸਾਰ ਵਿੱਚ ਆਇਆ ਤੇ ਰੱਬ ਦਾ ਘੱਲਿਆ ਹੋਇਆ ਹੈ, ਰੱਬ ਦਾ ਭੇਜਿਆ ਹੋਇਆ ਹੈ। ਤੇ ਜੇ ਉਸਨੇ ਭੇਜਿਆ ਤੇ ਉਹਦੇ ਭੇਜੇ ਦਾ ਤੇ ਸਵਾਗਤ ਹੋਣਾ ਚਾਹੀਦਾ ਹੈ, ਉਹਦੇ ਭੇਜੇ ਦਾ ਤੇ ਸਨਮਾਨ ਹੋਣਾ ਚਾਹੀਦਾ ਹੈ, ਉਹਦੇ ਭੇਜੇ ਦੀ ਤਾਂ ਇੱਜ਼ਤ ਹੋਣੀ ਚਾਹੀਦੀ। ਵੇਖੋ ਕੋਈ ਸਾਡੇ ਕੋਲ ਕੋਈ ਆਉਂਦਾ ਹੈ, ਉਹਦੇ ਹੱਥ ਵਿੱਚ ਕੋਈ ਰੁਕਾ ਹੈ, ਉਹਦੇ ਹੱਥ ਦੇ ਵਿੱਚ ਕੋਈ ਚਿੱਠੀ ਹੈ, ਉਹਦੇ ਹੱਥ ਵਿੱਚ ਕੋਈ ਵਿਜ਼ਿਟਿੰਗ ਕਾਰਡ ਹੈ। ਤੋ ਜਿੰਨਾ ਵੱਡਾ ਕਾਰਡ ਹੈ ਜਾਂ ਜਿਹੋ ਜੇ ਤੁਹਾਡੇ ਨੇੜੇ ਦੇ ਬੰਦੇ ਦਾ ਕਾਰਡ ਹੈ, ਚਿੱਠੀ ਹੈ, ਤੁਸੀਂ ਉਨੀ ਇੱਜ਼ਤ ਉਹਦੀ ਵੱਧ ਕਰੋਗੇ। ਉਹ ਕਾਰਡ ਵੇਖਣ ਤੋਂ ਪਹਿਲਾਂ ਤੁਸੀਂ ਉਹਦੇ ਮੂੰਹ ਵੱਲ ਵੇਖੋਗੇ, ਕਾਰਡ ਵੇਖਣ ਤੋਂ ਬਾਅਦ ਤੁਸੀਂ ਮੂੰਹ ਵੱਲ ਨਹੀਂ ਵੇਖੋਗੇ। ਫਿਰ ਤਾਂ ਕਹੋਗੇ ਨਹੀਂ ਭਾਜੀ ਬੈਠੋ, ਤੁਸੀਂ ਪਹਿਲਾਂ ਪਾਣੀ ਪੀਓ, ਚਾਹ ਪੀਓ। ਉਹ ਕਹਿੰਦਾ ਜੀ ਮੈਨੂੰ ਕੰਮ ਹੈ, ਕੋਈ ਨਹੀਂ, ਕਰਦੇ ਆ ਗੱਲ ਬਈ, ਜਿਸ ਵੱਡੇ ਬੰਦੇ ਨੇ ਘੱਲਿਆ ਸਾਡਾ ਫਰਜ਼ ਬਣਦਾ ਅਸੀਂ ਤੁਹਾਡੀ ਇੱਜ਼ਤ ਵੀ ਕਰੀਏ। ਸਤਿਗੁਰੂ ਕਹਿਣ ਲੱਗੇ ਮਰਦਾਨਿਆ, ਇਹ ਇਹਨਾਂ ਲੋਕਾਂ ਦੀ ਅਗਿਆਨਤਾ ਹੈ ਕਿ ਜੇ ਬੱਚੇ ਨੂੰ ਰੱਬ ਨੇ ਘੱਲਿਆ ਤੇ ਇਹਨਾਂ ਨੂੰ ਰੱਬ ਦੇ ਘੱਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਇਹਨਾਂ ਨੂੰ ਰੋਣਾ ਪਿੱਟ ਸਿਆਪਾ ਨਹੀਂ ਕਰਨਾ ਚਾਹੀਦਾ। ਇਹ ਤਾਂ ਰੱਬ ਦੇ ਘੱਲੇ ਦੀ ਉਹਦੀ ਜਿਹੜੀ ਹੁਕਮ ਹੈ, ਉਹਦੀ ਆਗਿਆ ਜਿਹੜੀ ਹੈ, ਉਹਦੀ ਰਜਾ ਜਿਹੜੀ ਹੈ, ਇਹ ਤਾਂ ਉਹਦੇ ਵਿੱਚ ਬੜੀ ਵੱਡੀ ਗੁਸਤਾਖੀ ਹੈ। ਹਾਂਜੀ। ਹੁਕਮ ਕਰਤ ਜਬ ਬੋਲ ਪਠਾਵਤ, ਤਬ ਮਿਲ ਕਰ ਔਰ ਮੈਂ ਹਰ ਖਾਵਤ। ਹੁਕਮ ਕਰਤ ਜਬ ਬੋਲ ਪਠਾਵਤ, ਫਿਰ ਜਦੋਂ ਉਹ ਵਾਪਸ ਬੁਲਾਉਂਦਾ ਹੈ, ਇਹ ਵੀ ਉਹਦੇ ਹੁਕਮ ਦੇ ਵਿੱਚ ਹੈ। ਸਾਡਾ ਜਨਮ ਜਿਹੜਾ ਹੈ ਇਹ ਹੁਕਮ ਦੇ ਵਿੱਚ ਹੈ, ਮੌਤ ਜਿਹੜੀ ਹੈ ਉਹ ਵੀ ਹੁਕਮ ਦੇ ਵਿੱਚ ਹੈ। ਭਾਣੇ ਆਵੇ ਜਾਏ, ਜੰਮਣ ਮਰਨਾ ਹੁਕਮ ਹੈ। ਭਾਣੇ ਆਵੇ ਜਾਏ, ਆਉਣਾ ਤਾਂ ਵੀ ਉਹਦੇ ਭਾਣੇ ਵਿੱਚ, ਜਾਣਾ ਤਾਂ ਵੀ ਉਹਦੇ ਭਾਣੇ ਵਿੱਚ, ਜੰਮਣਾ ਹੈ ਤਾਂ ਵੀ ਉਹਦੇ ਹੁਕਮ ਵਿੱਚ, ਮਰਨਾ ਹੈ ਤੇ ਤਾਂ ਵੀ ਉਹਦੇ ਹੁਕਮ ਦੇ ਵਿੱਚ ਹੈ। ਇਸ ਕਰਕੇ ਹੁਕਮ ਕਰਤ ਜਬ ਬੋਲ ਪਠਾਵਤ, ਤਬ ਮਿਲ ਕਰ ਔਰ ਮੈਂ ਹਰ ਖਾਵਤ। ਚਾਹੀਦਾ ਇਹ ਹੈ ਕਿ ਜਦੋਂ ਉਸ ਪ੍ਰਮਾਤਮਾ ਨੇ ਇਹ ਕਿਰਪਾ ਕੀਤੀ ਹੈ, ਵਾਹਿਗੁਰੂ ਜਬ ਜਗਤ ਪਟਾਵਤ, ਤਬ ਇਹ ਰੁਦਨ ਕਰਤ ਦੁਖ ਪਾਵਤ। ਪਰ ਚਾਹੀਦਾ ਨਹੀਂ, ਚਾਹੀਦਾ ਇਹ ਹੈ ਕਿ ਜਦੋਂ ਰੱਬ ਭੇਜੇ ਤੇ ਉਹਦੇ ਭੇਜੇ ਦੇ ਵਿੱਚ ਰਾਜੀ ਹੋਣਾ ਚਾਹੀਦਾ ਹੈ, ਉਹਦੇ ਹੁਕਮ ਦੇ ਵਿੱਚ ਖੁਸ਼ੀ ਪ੍ਰਗਟ ਕਰਨੀ ਚਾਹੀਦੀ ਹੈ। ਹਾਂਜੀ। ਅਗਿਆਨ ਸਹਿਤ ਇਨ ਕੋ ਵਿਵਹਾਰ, ਸੁਣੀਏ ਗਿਆਨੀ ਕੇਰ ਅਚਾਰ। ਇਹ ਇਹਨਾਂ ਦੀ ਅਗਿਆਨਤਾ ਹੈ। ਪਰ ਗਿਆਨ ਕੀ ਕਹਿੰਦਾ ਹੈ, ਸਮਝਦਾਰੀ ਕੀ ਕਹਿੰਦੀ ਹੈ, ਵਿਵੇਕ ਕੀ ਕਹਿੰਦਾ ਹੈ, ਹੋਣਾ ਕੀ ਚਾਹੀਦਾ ਹੈ। ਭਾਈ ਮਰਦਾਨਾ ਜੀ ਸੁਣੋ। ਹਾਂਜੀ। ਭੇਜੇ ਔਰ ਮੈਂ ਹਰ ਖਾਵਤ,
ਬੋਲ ਪਠੇ ਤੇ ਮਨ ਸੁਖ ਭਾਵਤ। ਭੇਜੇ ਤੇ ਉਰ ਹਰਖਾਵਤ। ਗਿਆਨ ਇਹ ਕਹਿੰਦਾ ਵੀ ਜੇ ਰੱਬ ਕੱਲੇ ਤੇ ਖੁਸ਼ ਹੋਣਾ ਚਾਹੀਦਾ। ਬੋਲ ਪਠੇ ਤੇ ਮਨ ਸੁਖ ਪਾਵਤ। ਜੇ ਉਹ ਬੁਲਾਵੇ ਤੇ ਮਨ ਵਿੱਚ ਸੁਖ ਪ੍ਰਗਟ ਕਰਨਾ ਚਾਹੀਦਾ ਵੀ ਠੀਕ ਹੈ, ਉਹਦੀ ਅਮਾਨਤ ਸੀ, ਉਹਨੇ ਲੈ ਲਈ, ਉਹਨੇ ਭੇਜਿਆ ਸੀ, ਉਹਨੇ ਦਿੱਤਾ ਸੀ, ਉਹਨੇ ਵਾਪਸ ਲੈ ਲਿਆ। ਪਰ ਇਹ ਕਿਸੇ ਗਿਆਨੀ ਦੀ ਵਿਚਾਰ ਹੈ। ਜਿਹੜੀ ਗੱਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਚੋਂ ਅਸੀਂ ਸਿੱਖਦੇ ਹਾਂ, ਜਾਂ ਜਿਹੜੀ ਸਿੱਖਣੀ ਚਾਹੀਦੀ ਹੈ, ਜਾਂ ਜਿਹੜੀ ਗੱਲ ਉਹਨਾਂ ਨੇ ਸਾਨੂੰ ਸਿਖਾਈ, ਉਹ ਹੈ ਹੀ ਹੈ। ਮਾਹੀ ਨੇ ਰੋ ਰੋ ਕੇ ਆਖਿਆ ਸੀ ਕਿ ਮਹਾਰਾਜ ਤੁਹਾਡੇ ਲਾਲ ਨੀਹਾਂ ਵਿੱਚ ਚਿੜ ਦਿੱਤੇ ਗਏ ਨੇ। ਸਤਿਗੁਰੂ ਰੋਏ ਨਹੀਂ। ਫਿਰ ਇੱਕ ਮੁਸਲਮਾਨ ਫਕੀਰ ਨੇ ਪੁੱਛਿਆ, ਮਹਾਰਾਜ ਮੈਂ ਬੜੀ ਵੱਡੀ ਗੱਲ ਸੁਣੀ ਹੈ ਕਿ ਤੁਹਾਡੇ ਚਾਰੇ ਪੁੱਤਰ ਸ਼ਹੀਦ ਹੋ ਗਏ, ਸੰਸਾਰ ਤੋਂ ਚਲੇ ਗਏ। ਸਤਿਗੁਰੂ ਕਹਿੰਦੇ, ਹਾਂ ਭਾਈ, ਤੁਹਾਨੂੰ ਕੋਈ ਦੁੱਖ ਨਹੀਂ ਹੋਇਆ? ਸਤਿਗੁਰੂ ਕਹਿਣ ਲੱਗੇ, ਨਹੀਂ। ਉਹ ਕਹਿੰਦਾ, ਜੀ ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਹੋ ਸਕਦਾ ਹੈ? ਸਤਿਗੁਰੂ ਜੀ ਨੇ ਕੀ ਕਿਹਾ? ਸਤਿਗੁਰੂ ਕਹਿਣ ਲੱਗੇ, ਸਾਈਂ ਧਰਤੀ ਦੇ ਉੱਪਰ, ਜ਼ਮੀਨ ਦੇ ਉੱਪਰ ਲਕੀਰ ਖਿੱਚ। ਉਹਨੇ ਲਕੀਰ ਖਿੱਚੀ। ਕਹਿਣ ਲੱਗੇ, ਦੱਸ ਇਹਦੇ ਨਾਲ ਤੂੰ ਕੁਝ ਮਹਿਸੂਸ ਕੀਤਾ? ਕਹਿਣ ਲੱਗਾ, ਜੀ ਨਹੀਂ। ਜ਼ਮੀਨ ਦੇ ਉੱਪਰ ਨਹੀਂ ਖਿੱਚੀ, ਇਹਦੇ ਨਾਲ ਕੀ ਮਹਿਸੂਸ ਹੋਣਾ ਸੀਗਾ? ਸਤਿਗੁਰੂ ਕਹਿੰਦੇ, ਇਹਨੂੰ ਮਿਟਾ ਦੇ। ਮਿਟਾਤਾ। ਕਹਿਣ ਲੱਗੇ, ਹੁਣ ਤੈਨੂੰ ਕੁਝ ਮਹਿਸੂਸ ਹੋਇਆ? ਕਹਿਣ ਲੱਗਾ, ਜੀ ਕੀ ਮਹਿਸੂਸ ਹੋਣਾ ਸੀ? ਮਿੱਟੀ ਦੇ ਉੱਤੇ ਲੀਕ ਖਿੱਚੀ ਸੀ, ਉਹ ਲੀਕ ਮਿਟਾ ਦਿੱਤੀ ਮੈਂ। ਸਤਿਗੁਰੂ ਕਹਿਣ ਲੱਗੇ, ਭਾਈ ਫਿਰ ਇਹ ਉਸ ਰੱਬ ਦੀ ਧਰਤੀ ਹੈ। ਇੱਥੇ ਉਹ ਆਪ ਜੀਵਾਂ ਨੂੰ ਭੇਜਦਾ ਹੈ, ਆਪੇ ਮੁੜ ਕੇ ਵਾਪਸ ਬੁਲਾ ਲੈਂਦਾ। ਇਹਦੇ 'ਚ ਆਪਾਂ ਕੀ ਕਰਨਾ ਹੈ? ਸਾਡਾ ਤੇ ਇਹਦੇ 'ਚ ਕੁਝ ਵੀ ਨਹੀਂ ਹੈ। ਇਸੇ ਕਰਕੇ ਜਿਨ੍ਹਾਂ ਨੂੰ ਗੁਰਮਤਿ ਦੀ ਸੋਝੀ ਆਈ ਹੈ, ਉਹਨਾਂ ਨੇ ਇਸ ਜੀਵਨ ਨੂੰ ਇਸ ਤਰੀਕੇ ਨਾਲ ਜੀਵਿਆ। ਆਪਾਂ ਕੱਲ ਕਥਾ ਸੁਣੀ ਸੀ ਕਿ ਜਦੋਂ ਸਤਿਗੁਰੂ ਇੱਕ ਖੰਡ ਵਿੱਚ ਗਏ, ਉਹ ਹਰ ਵਰਖ ਖੰਡ ਸੀ। ਉੱਥੋਂ ਦੇ ਰਾਜੇ ਨੇ, ਰਾਜਾ ਧਰਮੀ ਸੀ, ਨਾਂ ਸੀ ਉਹਦਾ ਧਰਮਚੰਦ। ਉਹ ਸੰਤਾਂ ਮਹਾਂਪੁਰਖਾਂ ਦੀ ਬੜੀ ਸੇਵਾ ਕਰਦਾ ਸੀ। ਤੇ ਜਦੋਂ ਉਹ ਸਤਿਗੁਰਾਂ ਦੇ ਕੋਲ ਆਇਆ ਕਿ ਉਹਨੇ ਮੱਥਾ ਟੇਕਿਆ, ਉਹਨੇ ਆਗਿਆ ਮੰਗੀ। ਕਹਿਣ ਲੱਗਾ, ਜੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ? ਸਤਿਗੁਰੂ ਜੀ ਨੇ ਦ੍ਰਿਸ਼ਟੀ ਕੀਤੀ ਤੇ ਭਾਈ ਬਾਲਾ ਜਿਹੜਾ ਸੀ ਉਹ ਸ਼ੇਰ ਬਣ ਗਿਆ। ਸਤਿਗੁਰੂ ਕਹਿਣ ਲੱਗੇ, ਭਾਈ ਜੇ ਤੂੰ ਸੇਵਾ ਹੀ ਕਰਨੀ ਹੈ ਤੇ ਆ ਜਿਹੜਾ ਸਾਡਾ ਸ਼ੇਰ ਹੈ, ਇਹ ਕਈ ਦਿਨਾਂ ਦਾ ਭੁੱਖਾ ਹੈ, ਇਹਨੂੰ ਭੋਜਨ ਹੀ ਖਵਾ ਦੇ। ਕਹਿਣ ਲੱਗਾ, ਜੀ ਹੁਣੇ ਲਓ। ਸਤਿਗੁਰੂ ਕਹਿਣ ਲੱਗੇ, ਪਰ ਇਹ ਭੋਜਨ ਜਿਹੜਾ ਹੈ, ਇਹ ਜੰਗਲ ਦੇ ਜਾਨਵਰਾਂ ਦਾ ਨਹੀਂ ਖਾਂਦਾ। ਇਹ ਜਦੋਂ ਵੀ ਭੋਜਨ ਖਾਂਦਾ ਹੈ, ਕਿਸੇ ਸ਼ੇਰ ਦੇ, ਕਿਸੇ ਰਾਜੇ ਦੇ ਪੁੱਤਰ ਦਾ ਖਾਂਦਾ ਹੈ। ਕਹਿਣ ਲੱਗਾ, ਜੀ ਉਹ ਵੀ ਹੁਣੇ ਲਓ। ਇਹਨੇ ਉਸੇ ਵੇਲੇ ਆਪਣਾ ਪੁੱਤਰ ਬੁਲਾਇਆ ਤੇ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਖੜਾ ਕਰ ਦਿੱਤਾ। ਕਹਿਣ ਲੱਗਾ, ਜੀ ਹਾਜ਼ਰ ਹੈ। ਸਤਿਗੁਰੂ ਕਹਿਣ ਲੱਗੇ, ਠੀਕ ਹੈ। ਹੁਣ ਇਹਨੇ ਆਪਣੇ ਪੁੱਤਰ ਨੂੰ ਸ਼ੇਰ ਦੇ ਅੱਗੇ ਖੜਾ ਕਰ ਦਿੱਤਾ ਤੇ ਸਤਿਗੁਰੂ ਕਹਿਣ ਲੱਗੇ, ਰਾਜਾ ਤੂੰ ਧੰਨ ਹੈ। ਰਾਜਾ ਤੂੰ ਧੰਨ ਹੈ। ਰਾਜਾ ਤੈਨੂੰ ਸ਼ਾਬਾਸ਼ ਹੈ, ਅੱਜ ਤੂੰ ਪ੍ਰਵਾਨ ਚੜ ਗਿਆ। ਰਾਜੇ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਡਰ ਭੌ ਨਹੀਂ ਲੱਗਿਆ? ਬੱਚੇ ਨੂੰ ਪੁੱਛਿਆ, ਉਹਨਾਂ ਕੀ ਜਵਾਬ ਦਿੱਤਾ? ਰਾਜਾ ਕਹਿੰਦਾ, ਜੀ ਮੇਰੇ ਧੰਨ ਭਾਗ, ਜੇ ਮੇਰਾ ਬੱਚਾ ਤੁਹਾਡੇ ਸੇਵਾ ਦੇ ਵਿੱਚ ਲੱਗ ਜਾਏ ਤੇ ਇਹਦੇ ਲਈ ਉੱਤੇ ਮੇਰੇ ਲਈ ਕਿਹੜੀ ਗੱਲ ਹੈ? ਇਸ ਤੋਂ ਉੱਤੇ ਮੇਰੇ ਵਾਸਤੇ ਕੋਈ ਗੱਲ ਨਹੀਂ ਹੈ। ਵੇਖੋ, ਕਈ ਗੱਲਾਂ ਨਾ ਜ਼ਿੰਦਗੀ 'ਚ ਜਿਵੇਂ ਜਿਵੇਂ ਆਪਾਂ ਤੁਰੇ ਜਾਂਦੇ ਆ, ਨਵੀਆਂ ਨਵੀਆਂ ਆਉਂਦੀਆਂ ਜਾਂਦੀਆਂ ਨੇ। ਹੁਣ ਇੱਕ ਦਿਨ ਇੱਦਾਂ ਬੈਠੇ ਬੈਠੇ ਮਨ 'ਚੋਂ ਗੱਲ ਆਈ। ਉਹ ਗੱਲ ਆਪਣੇ ਆਪ ਨੂੰ ਹੀ ਘੜੀ ਘੜੀ ਕਹਿੰਦੀ ਹੈ ਵੀ ਤੂੰ ਬੋਲ।
कि जदों छोटे हुंदे सी किते जांदे सी ते वड्डे बजुर्गां नूं जाके जदों मत्था टेकना ते उन्हां ने पुछना भी सुना काका तेरी सेहत ठीक है। देखो सियाणे बंदे अज भी सेहत दे बारे पुछदे, असीं की पुछदे हैं किदां जॉब ठीक है, काम ठीक है, क्योंकि असीं सारा कुछ पैसे नूं मान लिया, जदों कि पैसा कुछ भी नहीं है। ये सिर्फ उस बंदे नूं भुलेखा जिहदे कोल नहीं हैगा। जिहदे कोले हैगा उहनूं पुछ के वेखो भी पैसा की है, कुछ भी नहीं है। अगर तुहाडी सेहत ठीक नहीं तो पैसा की करेगा। पहली गल पूछी काका तुहाडी सेहत ठीक है जी, फिर अपनी बीबी दी सुना, भापे दी सुना, फिर वो एक गल पुछदे हुंदे सी, अच्छा वो तुहाडे पिंड वाला अमका सिंह हैगा? तो छोटे हुंदे सोचना भी ये की कही जाते ने, हैगा की दा मतलब कि वो को मर गया, आखना नहीं हैगा जी। अच्छा तुरिया फिरदा है? आओ जी तुरिया फिरदा, उन्होंने की होया? बल्ले भी बड़ी उम्र है वही। ये गल कई दिनों तो मन में आई तो बार बार मन ही कही जाता भी गल करनी चाहिए है। गल यह है किसी बंदे का जिउंदे होना बड़ी वड्डी गल है, फिर तंदुरुस्त होना ये भी वड्डी गल है, उसकी वड्डी उम्र होना ये बहुत वड्डी गल है, पर बंदे का मर जाना ये कोई वड्डी गल नहीं है। ये सब तो छोटी गल है। जिहड़ा बंगला साहब का अदारा है, जिहड़ा टाइम टीवी है, ये साडा एक परिवारक मैंबर है बंगला साहब का। रोज इथों इस टीवी के माध्यम तो दुनिया गुरबाणी सुनती है। उस परिवार का एक बच्चा, छोटी जी उम्र है, सतबीर सिंह, सवेरे सुता ही नहीं उठिया। मैं परिवार नाल दुख भी साझा करदा, अज मैं अरदास भी की है बच्चे वास्ते। आप की कर सकते हैं? मतलब मर जाना कोई वड्डी गल नहीं है। हुण उस धर्मचंद ने की किया, कहन लगा जी मेरा बच्चा तुहाडी सेवा च लग जाए, इस तो वड्डे मेरे किहड़े भाग हो सकते हैं, इस तो वड्डे मेरे होर कोई भाग नहीं है। इस करके ये जदों असीं कथा नूं सुणदे हां ते जिहड़े ज्ञानी पुरख ने वो जदों परमात्मा बच्चे नूं भेजदा है ते उस वेले खुशी प्रगट करदे ने, उहदी दात है। सतगुरु की बाणी च शब्द ने, जमया पूत भगत गोविंद का, प्रगटिया सब में लिखिया धुर का, गुज्जी छन्नी नाही बात गुरु नानक तुठा कीनी दात। ये रब की बड़ी वड्डी किरपा हुंदी जदों तुहाडे घर पुत्र का जन्म हुंदा है, क्योंकि पुत्ती गंढ पवे संसार। जिहड़े ज्ञानी पुरख ने वो बच्चे दे जन्म तो खुशी महसूस करते हैं, पर जदों प्राणी संसार तो जांदा है, घर चों कोई बजुर्ग जांदा है तो सुख महसूस करते हैं कि ओदी अमानत सी। गुरु कलगीधर पिता ने वो फकीर नूं यही गल आखी सी, लकीर खिंच, उन्हें खिंचती, कहते मिटा दे, उन्हें मिटाती। कहते दस तेन लकीर खिंचण लग्या कोई फर्क पिया? कहता नहीं। मिटाउण लग्या पिया? कहता जी नहीं। कहते भाई ओदी अमानत सी, उन्हें भेजी सी, पर शुक्र यह है कि सलामत उहदे कोल पहुँच गई है। कबीर जैसी उपजी पेड़ ते, जो तैसी निभ है ओढ़, हीरा किसका बापुरा पूजे ना रतन करोड़। जिहो जिहा निर्मल बच्चा जन्म लैंदा है, कदे बंदा इन्ना ही निर्मल रवे तो दुनिया दे विच कोई ओदी कीमत नहीं पा सकता। पर वेखे तुसीं छोटा जिहा बच्चा किन्ना निर्मल हुंदा है, कोई वैर नहीं, कोई विरोध नहीं,
ਉਹ ਜਿਹੜੇ ਕਿਡਨੈਪਰ ਹੁੰਦੇ ਨੇ ਉਹ ਬੱਚੇ ਨੂੰ ਉਹਦੇ ਉਂਗਲ ਲਾ ਕੇ ਲੈ ਜਾਂਦੇ ਨੇ, ਉਹ ਚਲੇ ਜਾਂਦੇ, ਉਹ ਕਹਿੰਦਾ ਅੰਕਲ ਨਾਲ ਜਾ ਰਿਹਾ ਮੈਂ, ਉਹਨੂੰ ਕੀ ਪਤਾ ਹੈ ਵੀ ਤੈਨੂੰ ਵੱਢ ਕੇ ਖਾਣਗੇ, ਇਹ ਤੇਰੇ ਹੱਥ ਬਾਂਹ ਪੈਰ ਵੱਢ ਕੇ ਤੈਨੂੰ ਗਲੀਆਂ 'ਚ ਮੰਗਤਾ ਬਣਾਉਣਗੇ, ਇਹ ਤੇਰੇ ਕੋਲੋਂ ਚਾਈਲਡ ਲੇਬਰ ਕਰਾਉਣਗੇ, ਇਹ ਤੇਰੇ ਅੰਗ ਕੱਢ ਕੇ ਵੇਚਣਗੇ। ਉਸ ਛੋਟੇ ਜਿਹੇ ਬੱਚੇ ਨੂੰ ਕੀ ਪਤਾ ਹੈ, ਉਹਨੂੰ ਤੇ ਉਹ ਅੰਕਲ ਹੀ ਲੱਗਦਾ, ਉਹਨੂੰ ਤਾਂ ਲੱਗਦਾ ਵੀ ਇਹ ਤੇ ਕੋਈ ਮੇਰੇ ਮੰਮੀ ਪਾਪਾ ਦਾ ਕੋਈ ਜਵਾਕਬ ਹੋਏਗਾ। ਕੋਈ ਵੱਡੇ ਬੰਦੇ ਨੂੰ ਇਦਾਂ ਨਹੀਂ ਲੈ ਕੇ ਜਾ ਸਕਦਾ, ਪਰ ਛੋਟੇ ਜਿਹੇ ਬੱਚੇ ਨੂੰ ਹਰ ਬੰਦਾ ਚੁੱਕ ਲੈਂਦਾ ਹੈ, ਹਰ ਬੰਦਾ ਉਹਦੇ ਬੱਚੇ ਦਾ ਮੂੰਹ ਚੁੰਮਦਾ ਹੈ, ਹਰ ਬੱਚੇ ਨੂੰ ਬੱਚਾ ਪਿਆਰਾ, ਹਰ ਬੰਦੇ ਨੂੰ ਬੱਚਾ ਪਿਆਰਾ ਲੱਗਦਾ। ਜੇ ਇੰਨੀ ਕੋਮਲਤਾ ਅਗਰ ਜੀਵਨ ਵਿੱਚ, ਪੂਰੇ ਜੀਵਨ ਵਿੱਚ ਰਵੇ, ਨਿਰਛਲਤਾ ਰਵੇ, ਨਿਰਵੈਰਤਾ ਰਵੇ, ਛੋਟੇ ਜਿਹੇ ਬੱਚੇ ਨੂੰ ਕੋਈ ਲਾਲਚ ਨਹੀਂ ਹੁੰਦਾ, ਛੋਟੇ ਜਿਹੇ ਬੱਚੇ ਦੀਆਂ ਕੋਈ ਬਹੁਤੀਆਂ ਇੱਛਾ ਨਹੀਂ ਹੁੰਦੀਆਂ। ਪਤਾ ਤੁਹਾਨੂੰ ਛੋਟੇ ਜਿਹੇ ਬੱਚੇ ਦਾ ਗੁੱਸਾ ਵੀ ਕੋਈ ਨਹੀਂ ਹੁੰਦਾ, ਮਾਂ ਹੁਣੇ ਕੁੱਟ ਕੇ ਹਟਦੀ ਹੈ ਤੇ 5 ਮਿੰਟਾਂ ਬਾਅਦ ਉਹ ਬੱਚਾ ਫਿਰ ਮਾਂ ਦੇ ਮੋਢਿਆਂ ਤੇ ਚੜਿਆ ਹੁੰਦਾ ਹੈ, ਤੇ ਸਾਡੇ ਵਰਗਾ 6 ਮਹੀਨੇ ਨਹੀਂ ਬੋਲਦਾ। ਵੱਡੇ ਹੋ ਕੇ ਕਿਸੇ ਨੇ ਮਾੜੀ ਜੀ ਗੱਲ ਕਹਿਤੀ, ਕਿਸੇ ਨੇ ਨਹੀਂ ਮੰਨੀ, ਸਾਲਾਂ ਬਾਅਦ ਲੀਕਾਂ ਮਾਰਦੀ ਦੀਆਂ ਜ਼ਿੰਦਗੀ 'ਚ, ਹੁਣ ਨਹੀਂ ਇਹਦੇ ਨਾਲ ਬੋਲਣਾ। ਕਦੇ ਬੱਚਾ ਵੀ ਇਦਾਂ ਕਰਦਾ ਨਾ, 2 ਮਿੰਟਾਂ ਬਾਅਦ ਕਹਿੰਦੇ ਬੱਚੇ ਦਾ ਕੀ ਹੈ, ਕਹਿੰਦੇ ਤੇ ਪਾਣੀ 'ਚ ਲੀਕ ਵਰਗੀ ਗੱਲ ਹੈ, ਪਾਣੀ 'ਚ ਲੀਕ ਮਾਰ ਕੇ ਵੇਖੋ ਮੁੜ ਕੇ ਲੱਭਦੀ ਨਹੀਂ, ਖਤਮ, ਹੈ ਹੀ ਨਹੀਂ ਗੁੱਸਾ। ਹਾਂਜੀ। ਸਿਮਰਨ ਕਰਤ ਦਉ ਬੇਦ ਮਾਹੀ, ਹੁਕਮ ਮਾਨ ਮਨ ਮਤ ਨ ਕਰਾਹੀ। ਇਸੇ ਕਰਕੇ ਜਿਹੜੇ ਗਿਆਨੀ ਪੁਰਖ ਨੇ ਉਹ ਦੋਨੋਂ ਹੀ ਵਕਤ ਸਿਮਰਨ ਕਰਦੇ ਨੇ। ਬੱਚਾ ਜੰਮੇ ਤਾਂ ਵੀ ਉਹਨਾਂ ਦੇ ਘਰ ਵਿੱਚ ਪਾਠ ਹੁੰਦਾ ਹੈ, ਉਹਨਾਂ ਦੇ ਘਰ ਵਿੱਚ ਬਜ਼ੁਰਗ ਮਰ ਜਾਏ ਤਾਂ ਵੀ ਪਾਠ ਹੁੰਦਾ ਹੈ। ਉਹ ਕਿਸੇ ਵੇਲੇ ਵੀ ਮਨਮਤ ਨਹੀਂ ਕਰਦੇ। ਅਸੀਂ ਕੀ ਕਰਦੇ ਹਾਂ? ਮੈਂ ਤਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਕਥਾ ਆਉਂਦੀ ਉਦੋਂ ਬੇਨਤੀ ਕਰਦਾ ਹੁੰਨਾ। ਰਾਤ ਦਾ ਵਕਤ ਸੀ ਜਦੋਂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ। ਦੌਲਤਾਂ ਦਾਈ ਨੇ ਆ ਕੇ ਕਿਹਾ, ਮਹਿਤਾ ਜੀ ਵਧਾਈਆਂ ਹੋਣ, ਤੁਹਾਡੇ ਘਰ ਪੁੱਤਰ ਹੋਇਆ। ਹੁਣ ਪਿਤਾ ਮਹਿਤਾ ਕਲਿਆਣ ਦਾਸ ਉੱਠੇ ਨੇ। ਪਤਾ ਇਹ ਪੁੱਤਰ ਕਿੰਨਾ ਮਹਿੰਗਾ ਸੀ। ਉਹਨਾਂ ਦੇ ਘਰ ਪਹਿਲਾਂ ਇੱਕ ਧੀ ਸੀ, ਉਹਦਾ ਨਾਂ ਸੀ ਬੇਬੇ ਨਾਨਕੀ, ਤੇ ਉਹਦੀ ਉਮਰ ਹੋ ਗਈ ਸੀ 5 ਸਾਲ। ਇਹ 5 ਸਾਲਾਂ ਬਾਅਦ ਬੱਚਾ ਪੈਦਾ ਹੋਇਆ। ਇਹ ਉਹਨਾਂ ਨੂੰ ਇਹ ਕਥਾ ਬਹੁਤੀ ਵਧੀਆ ਨਹੀਂ ਲੱਗਣੀ ਜਿਹੜੇ ਨੇ ਫੈਸਲਾ ਹੀ ਕਰ ਲਿਆ ਵੀ ਇਸ ਦੇ ਜੰਮਣਾ ਹੀ ਬੱਚਾ ਇੱਕ ਹੈ। 2 ਦਿਨ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਬੱਚੇ ਦੀ ਮੌਤ ਹੋਈ ਹੈ, ਤੇ ਉਹਨਾਂ ਦੇ ਮਿੱਤਰ ਨੇ, ਬੱਚਾ ਹਿੰਦੂ ਪਰਿਵਾਰ ਦਾ ਸੀ, ਤੇ ਉਹਨਾਂ ਦਾ ਮਿੱਤਰ ਸਿੱਖ ਹੈ। ਉਹਨੇ ਮੈਨੂੰ ਫੋਨ ਕੀਤਾ, ਤੁਸੀਂ ਯਕੀਨ ਕਰਨਾ, ਜਦੋਂ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਗਿਆਨੀ ਜੀ ਉਹਦੀ ਅਰਦਾਸ ਹੋ ਸਕਦੀ ਹੈ? ਮੈਂ ਕਿਹਾ ਕਿਉਂ ਨਹੀਂ ਹੋ ਸਕਦੀ? ਉਹ ਰੋ ਰਿਹਾ ਸੀ। ਹਾਲਾਂਕਿ ਮਿੱਤਰ ਦਾ ਬੱਚਾ ਮਰਿਆ, ਆਪਣਾ ਨਹੀਂ ਮਰਿਆ, ਉਹਦੇ ਦੋਸਤ ਦਾ ਬੱਚਾ ਮਰਿਆ। ਹੁਣ ਇੱਕ ਬੱਚਾ ਉਹ ਵੀ ਮਰ ਗਿਆ। ਸੋਚ ਸਕਦੇ ਇਸ ਤੋਂ ਵੱਡਾ ਜੀ ਕੀ ਦੁੱਖ, ਕਿੰਨਾ ਦੁੱਖ ਕੋਈ ਹੈ? ਦੁੱਖ ਉਹਦੀ ਕੋਈ ਗਿਣਤੀ ਮਿਣਤੀ ਹੈ? ਮੈਂ ਵੀ ਜਦੋਂ ਅੱਜ ਦਰਦੀ ਸਾਹਿਬ ਨੂੰ ਫੋਨ ਕੀਤਾ, ਮੈਂ ਇੱਕੋ ਗੱਲ ਕਿਹਾ, ਮੈਂ ਕਿਹਾ ਜੀ ਨੋ ਵਰਡ, ਮੇਰੇ ਕੋਲ ਸ਼ਬਦ ਹੀ ਹੈ ਨਹੀਂ ਕਿ ਮੈਂ ਤੁਹਾਨੂੰ 70-80 ਸਾਲ ਦੇ ਬੰਦੇ ਨੂੰ ਕਹਾਂ ਵੀ ਮੈਨੂੰ ਦੁੱਖ ਹੈ ਜੀ ਤੁਹਾਡਾ ਛੋਟਾ ਪੁੱਤਰ ਮਰ ਗਿਆ। ਦੁੱਖ ਹੀ, ਸ਼ਬਦ ਹੀ ਹੈ ਨਹੀਂ ਗੇ। ਇੱਕ ਬਾਪ ਦੇ ਬੈਠਿਆ ਪੁੱਤਰ ਚਲਾ ਜਾਏ, ਇਸ ਤੋਂ ਵੱਡਾ ਕੀ ਦੁੱਖ ਹੈ? ਪਰ ਅਸੀਂ ਤਾਂ ਫੈਸ਼ਨ ਬਣਾ ਲਿਆ ਵੀ ਬੱਚਾ ਜੰਮਣਾ ਹੀ ਇੱਕ ਹੈ। ਮੈਂ 2 ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਟ੍ਰੈਂਡ ਚੋਂ ਬਾਹਰ ਆ ਜਾਓ। ਵਾਹਿਗੁਰੂ ਕਰੇ 21 ਲੱਖ ਹੋਵੇ। ਮੈਂ ਤੇ ਕਲਿਆਣ ਦਾਸ ਦਾ 21 ਲੱਖ ਸੀ। ਪਰ ਜਿਹੜੀ ਅਸੀਂ ਵੇਖੋ, ਰੱਬ ਨਾ ਦੇਵੇ ਤੇ ਵੱਖਰੀ ਗੱਲ ਹੈ ਕਿ ਚਲੋ ਜੀ ਦੂਜਾ ਬੱਚਾ ਰੱਬ ਨੇ ਦਿੱਤਾ ਹੀ ਨਹੀਂ, ਫਿਰ ਤਾਂ ਠੀਕ ਹੈ। ਪਰ ਜੇ ਅਸੀਂ ਫੈਸਲਾ ਕਰ ਲਿਆ ਵੀ ਦੂਜਾ ਜੰਮਣ ਹੀ ਨਹੀਂ ਦੇਣਾ, ਇਹ ਪਾਪ ਹੈ। ਮਤਲਬ ਇਹ ਪਾਪ ਹੈ ਵੀ ਦੂਜਾ ਬੱਚਾ ਘਰ 'ਚ ਪੈਦਾ ਨਹੀਂ ਹੋਣ ਦੇਣਾ। ਰੱਬ ਨੇ ਇੱਕ ਦਿੱਤਾ, ਹੁਣ ਰੱਬ ਕਈਆਂ ਨੂੰ ਨਹੀਂ ਵੀ ਦਿੰਦਾ, ਤੇ ਕੀ ਕਰਾਂਗੇ ਆਪਾਂ? ਰੱਬ ਨਾਲ ਲੜ ਪਵਾਂਗੇ।
मैं तो कई बार बेनती करता भी सानू इदां लगता कई बार मैनू भी असी रब नूं मनदे ही नहीं। साडे बजुर्ग मनदे हुंदे सी, कहंदे हुंदे सी जिन्हें दिते ने नियाणे आपे दऊ खाण नूं दाणे। वो 5-7 बच्चे जम लैंदे हुंदे सी ते आवाज़ भी इदां ही मारदे हुंदे सी, वे मरने रोटी खा ला। उन्होंने पता हुंदा सी भी कुकड़ा वांगू तुरे फिरदे ने, 7-8 ही नहीं मरदे, वेड़ा भरिया होया है। एक बच्चा है। बेबे नानकी तो बाद पुत्र पैदा होया मेहता कल्याण दास दे घर। दाई ने आके कहा, दौलता ने, मेहता जी वधाइयां होण, घर पुत्र होया। मेहता जी ने की कीता, उठे, इशनान किया, फिर की कीता, स्वच्छ वस्त्र पाए, फिर की कीता, फिर जिहड़ा घर विच पूजा मंदिर बनिया सी उत्थे बह के परमात्मा का शुक्र करना शुरू किया। कदों तक? जदों तक लो नहीं लगी, दिन नहीं चढ़िया। जदों दिन चढ़ गया, लो लग गई, चानन हो गया, फुटाला हो गया, प्रभात हो गई, घरों निकले, सीधे गुरु के घर पंडित हरदयाल दे कोल चले गए। अपने गुरु नूं जा मत्था टेकिया, आख्या जी बधाई होवे, तुहाडी वड्डियां दी किरपा हुई है, मैनू गरीब नूं पुत्र मिलिया। तो मैं पुछण आया कि जदों रात नूं इस वेले साडे घर पुत्र दा जन्म होया, वो वक्त किहो जिहा सी? मैं फिर बेनती करा, बंदे चंगे माड़े नहीं जे हुंदे, वक्त चंगा ते माड़ा हुंदा है। वक्त ही चंगा हुंदा है, वक्त ही माड़ा हुंदा है। बंदे कदे भी चंगे नहीं हुंदे, बंदे कदे भी माड़े नहीं हुंदे। ਉਹੀ ਬੰਦੇ ਤੁਸੀਂ ਵੇਖੋਗੇ ਕਿਸੇ ਵੇਲੇ ਚੰਗੇ ਸੀ, ਕਿਸੇ ਵੇਲੇ ਮਾੜੇ ਹੋ ਗਏ, ਵਕਤ ਘੁੰਮ ਗਿਆ ਉਹਨਾਂ ਦਾ। ਤੇ ਪੰਡਤ ਹਰਦਿਆਲ ਨੇ ਕਿਹਾ ਸੀ ਆਪਣੀ ਪੱਤਰੀ ਵਾਚਣ ਤੋਂ ਬਾਅਦ ਕਿ ਮਹਿਤਾ ਜੀ ਤਾਂ ਦੱਸਾਂਗਾ ਜੇ ਬੱਚੇ ਦੇ ਦਰਸ਼ਨ ਕਰਾਓਗੇ ਤਾਂ। ਹੁਣ ਇੱਕ ਪੁੱਤਰ ਤੇ ਪੁੱਤਰ ਜੰਮੇ तो की करना चाहिए? बाणी पढ़नी चाहिए। आप की करते हैं? सानू तो नर्स कवे सही भी काका होया, उतों सीधे हल्दीराम कोले, उतों सीधे बीकानेर वाले कोले 5-7 डब्बे ले आंदे, उदों बाद ठेके वाले कोले 5-7 बोतल ले आंदियां। इत्थे जम्मे का शुक्र कित्थे है? अगे बच्चे नूं ना रखाउण गुरुद्वारे आउंदे सी, हुण वो भी भोग पै गया। हुण तां कागज़ ते लिख के लियाउंदे ने, ज्ञानी जी अरदास कर दिओ काके दा नां रख लिया, वो भी घरे निबेड़ता काम। ज्ञान ये कहता है कि जदों तुहाडे घर बच्चा जम्मे तो बाणी पढ़ो, जे घरों कोई बंदा मर जाए तो तां भी बाणी पढ़ो, भेजे दा शुक्र करो। जे चला गया तो वह सुकून सुख समझो, क्योंकि मर जाना तो कोई वड्डी गल नहीं है। सानू मौत इस करके भैड़ी लगती भी असी तो छौनी पा के बैठे हैं इत्थे कि हमरी भूम कौन घाले पैर। पर जे आपां ये मन लईए कि भाई मरना तो है, तो फिर असी वो पाठ करांगे जिहड़ा साडे बजुर्ग अज भी करते हैं। किसी भी पेंडू बजुर्ग नूं पुछ लेना, मिले थोड़ा चिर बैठे वो कोले, उन्हें कहना काका बह जा, पता नहीं मुड़ के आप मिलना है नहीं मिलना, पुत बुढ़ा शरीर है, पता नहीं तू मुड़ के आएगा, असी पिंड होवांगे कि नहीं होवांगे। वो उन्होंने कबूल लिया भी मरना तो है ही है। मतलब किन्ना चिर तुसीं कही जाओगे मैं नहीं मरना, तो फिर अगली गल भी कहते हैं उठद्या बहद्या, भावें कोई सुने भावें ना सुने, कहते वाहिगुरू तुरदे फिरदे लै जी। इनू की कहते हैं? इनू कहते मैंटली प्रिपेयर्ड ने, वो भी जाना तो है ही है। तो मैं एक कौड़ी गल है, मैं अजे कहना मैनू इहदा मेरे को जवाब ही है नहीं कोई अजे। मैं शराबी बंदे झट मरदे वेखे ने, क्योंकि शराबी बंदियां नूं मैं एक गल अगली भी सुनी है, ओ ज्ञानी जी बथेरी खा पी ली, असीं तुहाडे बाबे नूं कहता जदों मर्जी लै जी।
ਤੇ ਜਿੰਨੇ ਅੰਮ੍ਰਿਤਧਾਰੀ ਆਪਾਂ, ਜਿੰਨੇ ਪਾਠ ਪੂਜਾ ਵਾਲੇ ਆਪਾਂ, ਅਸੀਂ ਮੌਤ ਤੋਂ ਬੜਾ ਡਰਦੇ ਆ। ਅਸੀਂ ਕਹਿੰਦੇ ਰੱਬ ਨੂੰ ਨਾ, ਮੌਤ ਨਹੀਂ। ਫਿਰ ਰੱਬ ਪਤਾ ਸਾਨੂੰ ਕੀ ਕਰਦਾ, ਸਾਨੂੰ ਮੰਜੀ ਤੇ ਪਾਉਂਦਾ। ਫਿਰ ਜਦੋਂ ਅਸੀਂ ਕਹਿੰਦੇ ਨਾ ਰੱਬਾ ਲੈ ਜਾ, ਫਿਰ ਉਦੋਂ ਲੈ ਕੇ ਜਾਂਦਾ, ਕਹਿੰਦਾ ਕੋਈ ਨਹੀਂ, ਪਿਆ ਮੰਜੀ ਤੇ ਚੜਾਓ, ਕਹਿੰਦਾ ਇਹਨੂੰ ਗਲੂਕੋਜ਼ ਚ ਲਾਓ, ਇਹਨੂੰ ਆਕਸੀਜਨ। ਫਿਰ ਉਹੀ ਬੰਦਾ ਕਹਿੰਦਾ ਰੱਬਾ ਲੈ ਜਾ, ਕਹਿੰਦਾ ਲੈ ਜਾਂਦੇ ਆ, ਆਪਾਂ ਨੂੰ ਕੀ ਫਰਕ ਪੈਂਦਾ, ਤੂੰ ਹੀ ਕਹਿੰਦਾ ਸੀ ਨਾਲ ਲੈ ਕੇ ਜਾ। ਵੀ ਚੱਲ ਫਿਰ ਤੈਨੂੰ ਮੰਜੀ ਤੇ ਪਾਉਣੇ, ਜਦੋਂ ਕਹੇਗਾ ਲੈ ਜਾ ਉਦੋਂ ਲੈ ਜਾਗੇ। ਵੀ ਆਪਾਂ ਤੇਰਾ ਕਹਿਣਾ ਕਾਹਨੂੰ ਮੋੜਨਾ, ਇੰਨੀ ਬਾਣੀ ਪੜ੍ਹੀ ਹੈ ਤੂੰ। ਇਸ ਕਰਕੇ ਮੈਂ ਬੇਨਤੀ ਕਰਾਂ, ਇਹ ਕਦੇ ਨਹੀਂ ਕਹਿਣਾ ਚਾਹੀਦਾ ਕਿ ਮੈਨੂੰ ਮੌਤ ਨਾ ਆਵੇ, ਸਗੋਂ ਇਹ ਕਹੋ ਕਿ ਪ੍ਰਮਾਤਮਾ ਮਰੋ ਤਾਂ ਹਰ ਕੇ ਦੁਆਰ। ਕੋਈ ਇਹੋ ਜਿਹਾ ਵਕਤ ਦਵੀਂ ਕਿ ਜਦੋਂ ਕਿਤੇ ਤੇਰੀ ਬਾਣੀ ਪੜ੍ਹ ਕੇ ਹਟਾਂ। ਬੜੇ ਗੁਰਸਿੱਖ ਐਸੇ ਨੇ, ਤੁਸੀਂ ਉਹਨਾਂ ਦੀ ਕਥਾ ਸੁਣ ਕੇ ਵੇਖੋ, ਹੈਰਾਨ ਹੋ ਜਾਓਗੇ ਕਿ ਪਾਠ ਪੂਜਾ ਕਰਕੇ ਹਟੇ, ਬਸ ਚੱਲ ਗਏ, ਚੱਲੇ ਆ ਵੀ ਲਓ ਫਤਿਹ ਬੁਲਾਓ ਬਈ। ਜਿਹੜੇ ਗਿਆਨੀ ਪੁਰਖ ਨੇ ਉਹ ਕੀ ਕਰਦੇ ਨੇ, ਭੇਜੇ ਤੇ ਉਰ ਮੈਂ ਹਰਖਾਵਤ, ਬੋਲ ਪਠੇ ਤੇ ਮਨ ਸੁਖ ਪਾਵਤ, ਸਿਮਰਨ ਕਰਤ ਦੋ ਬਿਦ ਮਾਹੀ, ਹੁਕਮ ਮਾਨ ਮਨ ਮਤ ਨਾ ਕਰਾਹੀ। ਉਹ ਹੁਕਮ ਮੰਨਦੇ ਨੇ, ਜਦੋਂ ਰੱਬ ਭੇਜਦਾ ਹੈ ਤੇ ਖੁਸ਼ੀ ਮੰਨਦੇ ਨੇ, ਰੱਬ ਬੁਲਾ ਲੈਂਦਾ ਹੈ ਤੇ ਸੁਖ ਮੰਨਦੇ ਨੇ, ਮਨਮਤ ਨਹੀਂ ਕਰਦੇ। ਹਾਂਜੀ, ਇਸ ਪ੍ਰਕਾਰ ਮਰਦਾਨੇ ਸਾਥਾ, ਪਨਤ ਹੋਤੇ ਤਹਿ ਛਿਨ ਜਗਨਾਥਾ। ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਸਮਝਾ ਰਹੇ ਸਨ। ਹਾਂਜੀ, ਬਹੁਤ ਲੋਕ ਮਿਲ ਕਰ ਤਬ ਆਏ, ਬੈਸੇ ਪਾਸ ਆਨ ਤਹਿ ਥਾਏ। ਅਜੇ ਭਾਈ ਮਰਦਾਨਾ ਜੀ ਸੁਣ ਰਹੇ ਸਨ, ਗੁਰੂ ਨਾਨਕ ਸਾਹਿਬ ਸੁਣਾ ਰਹੇ ਸਨ ਕਿ ਬੜੇ ਸਾਰੇ ਉਸ ਖੰਡ ਦੇ ਲੋਕ ਇਕੱਠੇ ਹੋ ਕੇ ਆ ਗਏ। ਇਹਦਾ ਨਾਂ ਹੈ ਕੁਰਖੰਡ। ਉੱਥੋਂ ਦੇ ਲੋਕ ਇਕੱਠੇ ਹੋਏ, ਉਹਨਾਂ ਨੂੰ ਪਤਾ ਲੱਗਾ ਕੋਈ ਸੰਤ ਆਏ ਨੇ। ਇਹ ਆ ਕੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਦੇ ਨੇ। 300 ਬੂਝਤ ਭਾ ਮਰਦਾਨਾ, ਕਰੋ ਆਪਨ ਬਿਰਤੰਤ ਬਖਾਨਾ। ਇਹਨਾਂ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਭਾਈ ਅਸੀਂ ਤੁਹਾਡੇ ਦੇਸ਼ ਆਏ ਆ, ਪਰ ਤੁਹਾਡੇ ਦੇਸ਼ ਦੀ ਉਲਟੀ ਗੱਲ ਵੇਖੀ, ਅਸੀਂ ਤਾਂ ਉਲਟੀ ਰੀਤ ਵੇਖੀ ਹੈ, ਪਰ ਕੀ ਤੁਸੀਂ ਆਪਣਾ ਵਰਤਾਂਤ ਸੁਣਾਓਗੇ? ਇਹ ਜਿਹੜੀ ਤੁਹਾਡੀ ਉਲਟੀ ਰੀਤ ਹੈ, ਇਹਦੇ ਬਾਰੇ ਕੋਈ ਆਪਣੀ ਵਿਥਿਆ ਦੱਸੋਗੇ ਵੀ ਕਿਉਂ ਹੈ, ਕਿਵੇਂ ਹੈ, ਤੁਸੀਂ ਇੰਜ ਕਿਉਂ ਕਰਦੇ ਹੋ? ਹਾਂਜੀ, ਮਰਤ ਹਸਤ ਜਨਮੇ ਤੇ ਰੋਏ, ਜਾਨਾ ਤੁਮੇ ਗਿਆਨ ਹੈ ਕੋਏ। ਮਰਨ ਹਸਤ ਜਨਮੇ ਤੇ ਰੋਏ, ਮਰਦਾ ਤੇ ਹੱਸਦੇ ਹੋ, ਜੰਮਦਾ ਤੇ ਰੋਨੇ ਹੋ। ਇਹ ਜਾਨਾ ਤੁਮੇ ਗਿਆਨ ਹੈ ਕੋਏ। ਭਾਈ ਮਰਦਾਨਾ ਕਹਿੰਦਾ ਵੀ ਤੁਹਾਨੂੰ ਕੋਈ ਵੱਖਰਾ ਗਿਆਨ ਹੈ ਦੁਨੀਆ ਤੋਂ ਕਿ ਤੁਸੀਂ ਇਦਾਂ ਕਰਦੇ ਹੋ? ਲੋਕ ਜੰਮੇ ਤੇ ਹੱਸਦੇ ਨੇ, ਮਰੇ ਤੇ ਰੋਂਦੇ ਨੇ। ਚਾਹੀਦਾ ਤੇ ਮਰੇ ਤੇ ਵੀ ਨਹੀਂ ਰੋਣਾ, ਪਰ ਤੁਸੀਂ ਉਲਟਾ, ਬਿਲਕੁਲ ਹੀ ਉਲਟਾ ਕੰਮ ਹੈ। ਕੀ ਤੁਹਾਨੂੰ ਇਹਦੇ ਬਾਰੇ ਕੋਈ ਗਿਆਨ ਪ੍ਰਾਪਤ ਹੈ? ਹਾਂਜੀ, ਬੋਲੇ ਤਿਨ ਮੈਂ ਹੋਤੈ ਜੋ ਸਿਆਣੇ, ਇਸ ਬਿਦ ਗਿਆਨ ਹਿਰਦੇ ਹਮ ਜਾਣੇ। ਉਹਨਾਂ ਦੇ ਵਿੱਚੋਂ ਜਿਹੜੇ ਸਿਆਣੇ ਸੀ ਉਹ ਕਹਿਣ ਲੱਗੇ ਜੀ ਹਾਂ ਸਾਨੂੰ ਗਿਆਨ ਹੈ। ਉਹਨਾਂ ਨੇ ਫਿਰ ਆਪਣਾ ਗਿਆਨ ਜਿਹੜਾ ਸਾਂਝਾ ਕੀਤਾ। ਆਖਰ ਕੋਈ ਨਾ ਕੋਈ ਉਹਨਾਂ ਦੀ ਮੱਤ ਹੋਏਗੀ, ਕੋਈ ਨਾ ਕੋਈ ਗੱਲ ਉਹਨਾਂ ਨੇ ਮੰਨੀ ਹੋਏਗੀ, ਦ੍ਰਿੜ ਕੀਤੀ ਹੋਏਗੀ, ਤਾਂ ਹੀ ਇਦਾਂ ਕਰਦੇ ਹੋਣਗੇ। ਹਾਂਜੀ, ਈਸ਼ਵਰ ਤੇ ਵਿਛੁਰੈ ਜਬ ਜਨਮੇ, ਮਰੈ ਮਿਲਤ ਈਸ਼ਵਰ ਕੇ ਤਨ ਮੈਂ। ਅਸੀਂ ਤਾਂ ਰੋਨੇ ਆ ਕਿ ਜਦੋਂ ਬੱਚਾ ਜੰਮਦਾ ਹੈ ਤੇ ਰੱਬ ਤੋਂ ਵਿਛੜਦਾ ਹੈ, ਤੇ ਮਰੇ ਤੇ ਇਸ ਕਰਕੇ ਹੱਸਦੇ ਆ ਵੀ ਹੁਣ ਮਰ ਗਿਆ ਤੇ ਹੁਣ ਤੇ ਇਹਨੇ ਜਾ ਕੇ ਰੱਬ ਨੂੰ ਮਿਲ ਪੈਣਾ ਬਈ, ਇਹ ਆਪਣੇ ਪਿਤਾ ਪਰਮਾਤਮਾ ਨੂੰ ਮਿਲੇਗਾ। ਹਾਂਜੀ, ਜਨਮੈ ਤੇ ਜਗ ਪਾਵੈ ਦੁਖ ਕੋ, ਮਰੈ ਮਿਲੇ ਈਸ਼ਵਰ ਲਹਿ ਸੁਖ ਕੋ। ਜਦੋਂ ਬੱਚਾ ਜਨਮਦਾ ਹੈ ਤੇ ਉਹ ਸੰਸਾਰ ਦੇ ਦੁੱਖ ਉਹਦੇ ਜੀਵਨ ਵਿੱਚ ਆਉਂਦੇ ਨੇ, ਝੋਲੀ ਵਿੱਚ ਪੈ ਜਾਂਦੇ ਨੇ। ਜਦੋਂ ਬੱਚਾ ਮਰਦਾ ਹੈ ਤੇ ਉਹ ਪਰਮਾਤਮਾ ਨੂੰ ਮਿਲਦਾ ਹੈ ਤੇ ਉਹਨੂੰ ਸੁੱਖ ਮਿਲਦੇ ਨੇ। ਕਈ ਵਾਰੀ ਆਪਾਂ ਨੂੰ ਇਦਾਂ ਵੀ ਆਪਾਂ ਕਹਿੰਦੇ ਵੀ ਆ, ਕੋਈ ਬੰਦਾ ਮਰ ਜਾਏ ਆਪਾਂ ਕਹਿੰਦੇ ਛੁੱਟ ਗਿਆ ਹੈ,
ਬੰਧਨਾਂ ਤੋਂ ਛੁੱਟ ਗਿਆ ਹੈ, ਦੁੱਖਾਂ ਤੋਂ ਛੁੱਟ ਗਿਆ ਹੈ, ਬਿਮਾਰੀਆਂ ਤੋਂ ਛੁੱਟ ਗਿਆ ਹੈ, ਕਰਜ਼ਿਆਂ ਤੋਂ ਛੁੱਟ ਗਿਆ ਹੈ, ਦੁਨੀਆ ਦੀ ਦਰਿਦਰੀ ਤੋਂ ਛੁੱਟ ਗਿਆ ਹੈ। ਇਹ ਸ਼ਬਦ ਅਸੀਂ ਕਈ ਵਾਰੀ ਕਹਿੰਦੇ ਆ। ਹਾਂਜੀ। ਰੋਵੈ ਹਸੈ ਇਹੀ ਗਤ ਜਾਣੈ, ਸੁਣ ਸ੍ਰੀ ਨਾਨਕ ਬਿਨੈ ਬਖਾਨੈ। ਉਹ ਸਿਆਣੇ ਬੰਦੇ ਕਹਿਣ ਲੱਗੇ ਜੀ ਸਾਡਾ ਗਿਆਨ ਤੇ ਹੋਈ ਹੈ, ਇਸੇ ਗਿਆਨ ਤੇ ਆਧਾਰਿਤ ਇਹ ਸਾਡੀ ਰਹੁ ਰੀਤ ਹੈ, ਸਾਡੀ ਮਰਿਆਦਾ ਹੈ, ਸਾਡਾ ਜੀਵਨ ਢੰਗ ਹੈ ਕਿ ਕੋਈ ਜੰਮੇ ਤੇ ਅਸੀਂ ਰੋਨੇ ਆ, ਕੋਈ ਮਰੇ ਤੇ ਅਸੀਂ ਹੱਸਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਨਹੀਂ, ਇਹ ਗਲਤ ਹੈ। ਦੇਖੋ ਬਾਹਰ ਮੁਖੀ ਗੱਲ ਸੁਣੋਗੇ ਤੇ ਗੱਲ ਬਿਲਕੁਲ ਠੀਕ ਹੈ, ਇਹ ਬਾਹਰ ਮੁਖੀ ਹੈ, ਪਰ ਜੇ ਹੁਣ ਇਹਨੂੰ ਗੁਰੂ ਨਾਨਕ ਸਾਹਿਬ ਦੇ ਮਤ ਮੁਤਾਬਕ, ਉਹਨਾਂ ਦੇ ਨਜ਼ਰੀਏ ਮੁਤਾਬਕ ਸੁਣੋਗੇ ਤੇ ਤੁਸੀਂ ਕਹੋਗੇ ਵੀ ਉਹ ਜ਼ਿਆਦਾ ਠੀਕ ਹੈ। ਜ਼ਿਆਦਾ ਨਹੀਂ, ਠੀਕ ਹੀ ਉਹ ਹੈ ਜਿਹੜੀ ਮਤ ਗੁਰੂ ਨਾਨਕ ਸਾਹਿਬ ਦੀ ਹੈ। ਹਾਂਜੀ। ਪਰਮੇਸ਼ਰ ਕੋ ਮਿਲਨ ਜੋ ਮਹਾ ਬਿਖਮ ਪਹਿਚਾਨ। ਸਤਿਗੁਰੂ ਕਹਿਣ ਲੱਗੇ ਵੀ ਬੜੇ ਸਿਆਣੇ ਹੋ ਤੁਸੀਂ ਤੇ ਬਈ, ਇਹ ਤੇ ਤੁਸੀਂ ਆਪੇ ਹੀ ਸਾਰਾ ਕੁਝ ਕਰ ਲਿਆ। ਜਿਹੜੇ ਬੰਦੇ ਪਾਪ ਕਰਦੇ ਨੇ ਉਹਨਾਂ ਨੂੰ ਪਤਾ ਹੈ ਅਸੀਂ ਝੂਠ ਬੋਲਦੇ ਆ, ਅਸੀਂ ਮਾਲ ਦੇ ਵਿੱਚ ਥੋੜੀ ਜਿਹੀ ਮਿਲਾਵਟ ਕਰਦੇ ਆ, ਹੀਰਾ ਫੇਰੀ ਕਰਦੇ ਆ, ਘੱਟ ਵੀ ਤੋਲਦੇ ਆ, ਅਗਲੇ ਦੇ ਪੈਸੇ ਵੀ ਮਾਰ ਲੈਂਦੇ ਆ, ਅਗਲੇ ਦਾ ਹੱਕ ਵੀ ਮਾਰ ਲੈਂਦੇ ਆ। ਇਹ ਪਤਾ ਹੈ ਉਹਨਾਂ ਨੂੰ। ਫਿਰ ਕੀ ਕਰਦੇ ਆ, ਥੋੜਾ ਜਿਹਾ ਪਾਠ ਵੀ ਕਰ ਲੈਂਦੇ ਆ, ਥੋੜਾ ਜਿਹਾ ਧਰਮ ਦੀ ਯਾਤਰਾ ਵੀ ਕਰ ਲੈਂਦੇ ਆ, ਥੋੜਾ ਜਿਹਾ ਧਰਮ ਸਥਾਨਾਂ ਤੇ ਜਾ ਕੇ ਮੱਥਾ ਵੀ ਟੇਕ ਲੈਂਦੇ ਆ, ਦਾਨ ਪੁੰਨ ਵੀ ਕਰ ਲੈਂਦੇ ਆ, ਤੀਰਥਾਂ ਦੀ ਯਾਤਰਾ ਵੀ ਕਰਦੇ ਆ, ਇਸ਼ਨਾਨ ਵੀ ਕਰਦੇ ਆ। ਤੇ ਫਿਰ ਅਸੀਂ ਕੀ ਕਰਦੇ ਆ, ਇੱਕ ਕਾਪੀ ਪੈਨ ਲੈਂਦੇ ਆ, ਇੱਕ ਪਾਸੇ ਲਿਖਦੇ ਆ ਪਾਪ, ਵੀ ਇੰਨਾ ਝੂਠ ਬੋਲਿਆ ਜੀ, ਇੰਨਾ ਘੱਟ ਤੋਲਿਆ ਜੀ, ਇੰਨੇ ਕੁ ਲੋਕਾਂ ਦੇ ਪੈਸੇ ਮਾਰੇ ਜੀ। ਦੂਜੇ ਪਾਸੇ ਅਸੀਂ ਲਿਖਦੇ ਹਾਂ ਆਪਣੇ ਪੁੰਨ, ਵੀ ਮੈਂ ਤੇ ਇੰਨੇ ਵਾਰੀ ਮੱਥਾ ਟੇਕਿਆ ਜੀ, ਲੰਗਰ ਲਾਏ ਜੀ, ਮੈਂ ਭੰਡਾਰੇ ਕੀਤੇ ਜੀ, ਮੈਂ ਇੰਨੀਆਂ ਯਾਤਰਾਵਾਂ ਕੀਤੀਆਂ ਜੀ। ਫਿਰ ਆਪੇ ਹੀ ਅਸੀਂ ਕੀ ਕਰਦੇ ਹਾਂ, ਆਪੇ ਹੀ ਜਮ੍ਹਾਂ ਘਟਾਓ ਕਰ ਲੈਂਦੇ ਹਾਂ ਵੀ ਠੀਕ ਹੈ, ਇੰਨੇ ਕੁ ਪਾਪ ਹੋ ਗਏ, ਇੰਨੇ ਕੁ ਪੁੰਨ ਹੋ ਗਏ, ਤੇ ਉਹ ਜਮ੍ਹਾਂ ਘਟਾਓ ਕਰਕੇ ਥੱਲੇ ਆਪੇ ਕਰ ਲੈਣੇ, ਲਿਖ ਲੈਣੇ ਨਿਲ, ਬਰਾਬਰ ਹੋ ਗਏ। ਇਹ ਸਾਡੀ ਥਿਊਰੀ ਹੈ। ਆਪੇ ਜਮ੍ਹਾਂ ਘਟਾਓ ਕੀਤਾ, ਆਪੇ ਹੀ ਉਹਦੇ ਵਿੱਚੋਂ ਮਾਈਨਸ ਕਰ ਲਿਆ, ਆਪੇ ਬਰਾਬਰ ਕਰ ਲਿਆ। ਹੁਣ ਇਹ ਜਿਹੜੀ ਪੜ੍ਹਾਈ ਹੈ ਆਪੇ ਜਮ੍ਹਾਂ ਘਟਾਓ ਵਾਲੀ, ਉਹ ਤਾਂ ਠੀਕ ਹੈ, ਪਰ ਜੇ ਰੱਬ ਦੀ ਪੜ੍ਹਾਈ ਦੀ ਕਿਤੇ ਤਕੜੀ ਚੱਲੀ ਤੇ ਫਿਰ ਤੇ ਬਿਲਕੁਲ ਠੀਕ ਨਹੀਂ ਹੈਗਾ। ਕਿਉਂਕਿ ਰੱਬ ਦੇ ਘਰ ਦੀ ਮਰਿਆਦਾ ਇਹ ਹੈ ਕਿ ਚੰਗਿਆਈਆਂ ਕਰੋ ਕਿਰਪਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ। ਉੱਥੇ ਤੇਰੇ ਵਾਲੀ ਕਾਪੀ ਨਹੀਂ ਚੱਲਣੀ ਕਿ ਤੂੰ ਕਵੇਂ ਜੀ ਮੇਰੀ ਕਾਪੀ ਵੇਖ ਲਓ ਜੀ, ਇਹ ਹਿਸਾਬ ਬਰਾਬਰ ਹੈ। ਉਹਨੇ ਕਹਿਣਾ ਨਾ, ਹਿਸਾਬ ਮੈਂ ਕਰਾਂਗਾ, ਹਿਸਾਬ ਤੁਸੀਂ ਨਹੀਂ ਕਰੋਗੇ, ਹਿਸਾਬ ਮੈਂ ਕਰਾਂਗਾ। ਉਹ ਜਦੋਂ ਹਿਸਾਬ ਕਰੇਗਾ ਤੇ ਫਿਰ ਉਹ ਕੀ ਕਰੇਗਾ, ਤੁਹਾਡੀਆਂ ਬੁਰਾਈਆਂ ਵੀ ਲਿਖੇਗਾ, ਤੁਹਾਡੀਆਂ ਚੰਗਿਆਈਆਂ ਵੀ ਲਿਖੇਗਾ। ਬੁਰਾਈਆਂ ਦੇ ਪੁੰਨ ਫਲ ਤੁਹਾਨੂੰ ਵੱਖਰੇ ਦੇਗਾ, ਬੁਰਾਈਆਂ ਦੇ ਜਿਹੜੀ ਸਜ਼ਾ ਵੱਖਰੀ ਦੇਗਾ, ਚੰਗਿਆਈਆਂ ਦੇ ਪੁੰਨ ਫਲ ਜਿਹੜੇ ਨੇ ਉਹ ਤੁਹਾਨੂੰ ਵੱਖਰੇ ਦੇਗਾ। ਇੱਕ ਬੰਦੇ ਨੇ ਕੀ ਕੀਤਾ, ਨੌਕਰੀ ਕਰਦਾ ਸੀ, ਨੌਕਰੀ ਕਰਦਿਆਂ ਨੂੰ ਤਨਖਾਹ ਨਹੀਂ ਮਿਲੀ। ਬੰਦਾ ਸੀ ਕੈਸ਼ੀਅਰ, ਉਹਨੇ ਕੀ ਕੀਤਾ, ਕੈਸ਼ ਵਿੱਚੋਂ ਉਹਨੇ ਪੈਸੇ ਕੱਢ ਲਏ ਆਪਣੀ ਤਨਖਾਹ ਦੇ, ਤੇ ਪ੍ਰਬੰਧਕਾਂ ਨੂੰ ਕਹਿ ਦਿੱਤਾ ਵੀ ਆਹ ਮੇਰੀ ਤਨਖਾਹ ਬਣਦੀ ਹੈ ਤੇ ਆਹ ਮੇਰੇ ਕੋਲ ਤੁਹਾਡਾ ਕੈਸ਼ ਆਇਆ ਸੀ, ਆਹ ਬਾਕੀ ਮੈਂ ਤੁਹਾਨੂੰ ਜਮ੍ਹਾਂ ਕਰਾ ਰਿਹਾ। ਹੁਣ ਉਹਦੇ ਤੇ ਪਰਚਾ ਹੋ ਗਿਆ ਕਿ ਇਹਨੇ ਜਿਹੜਾ ਫੰਡ ਸੀ ਉਹ ਖੁਰਦ-ਬੁਰਦ ਕੀਤਾ ਹੈ। ਹੁਣ ਉਹ ਜਾ ਕੇ ਜੱਜ ਨੂੰ ਕਹਿੰਦਾ ਜੀ ਮੈਂ ਆਪਣੀ ਤਨਖਾਹ ਕੱਢੀ, ਇਹਦੇ 'ਚ ਮੈਂ ਮਾੜਾ ਕੀ ਕੀਤਾ ਹੈ। ਫਿਰ ਉਹਨੂੰ ਸਮਝਾਇਆ ਗਿਆ ਵੀ ਜਿਹੜਾ ਫੰਡ ਆਇਆ ਹੈ ਇਹ ਇੱਕ ਅਲੱਗ ਸਿਸਟਮ ਹੈ,
ਤਨਖਾਹ ਦੂਜੇ ਸਿਸਟਮ ਤੋਂ ਆਉਂਦੀ ਹੈ। ਜਿਹੜਾ ਫੰਡ ਆਉਂਦਾ ਹੈ ਕਿਸੇ ਕਾਰਪੋਰੇਸ਼ਨ ਦਾ, ਉਹ ਦੂਜੇ ਸਿਸਟਮ ਤੋਂ ਆਉਂਦਾ ਹੈ। ਇਹ ਤੂੰ ਆਪਣੇ ਆਪ ਕਿਵੇਂ ਕਰ ਸਕਦਾ? ਇਹ ਤੇ ਫਿਰ ਸਾਰੀ ਦੁਨੀਆ ਇੱਦਾਂ ਹੀ ਕਰਿਆ ਕਰੇਗੀ। ਇਹਦਾ ਤੇ ਦੁਕਾਨ ਤੇ ਬੈਠਾ ਜਿਹੜਾ ਨੌਕਰ ਹੈ ਤੁਹਾਡਾ, ਹੁਣ ਉਹਦੀ 10,000 ਰੁਪਈਆ ਤਨਖਾਹ ਹੈ, ਰੋਜ਼ 300 ਕੁਛ ਬਣੇ, ਉਹ ਜਦੋਂ ਸਵੇਰੇ ਕਸਟਮਰ ਆਉਣ ਉਹ 300 ਪਹਿਲਾਂ ਕੱਢ ਲਿਆ ਕਰੇ ਵੀ ਲਓ ਜੀ ਮੇਰੀ ਤਨਖਾਹ ਤੇ ਪੂਰੀ ਹੋ ਗਈ ਹੈ, ਲਓ ਬਾਕੀ ਮਾਲਕ ਤੁਹਾਡਾ। ਇੱਦਾਂ ਨਹੀਂ ਹੁੰਦਾ। ਚੰਗਿਆਈਆਂ ਵੱਖਰੀਆਂ ਨੇ, ਬੁਰਾਈਆਂ ਵੱਖਰੀਆਂ ਨੇ। ਸਤਿਗੁਰੂ ਪਿਤਾ ਜੀ ਨੇ ਉਹਨਾਂ ਨੂੰ ਸਮਝਾਇਆ, ਕਹਿਣ ਲੱਗੇ ਭਾਈ ਇਹ ਤੇ ਬਿਲਕੁਲ ਹੀ ਗਲਤ ਕਰਦੇ ਹੋ ਤੁਸੀਂ, ਤੇ ਤੁਸੀਂ ਕੀ ਸੋਚ ਲਿਆ? ਉਹ ਕਹਿੰਦੇ ਜੀ ਜਦੋਂ ਬੰਦਾ ਮਰਦਾ ਹੈ ਤੇ ਰੱਬ ਨੂੰ ਮਿਲਦਾ ਹੈ। ਸਤਿਗੁਰੂ ਕਹਿਣ ਲੱਗੇ ਪਰਮੇਸ਼ਰ ਕੋ ਮਿਲਣ ਜੋ ਮਹਾ ਬਿਖਮ ਪਹਿਚਾਨ। ਅੱਛਾ ਤੁਸੀਂ ਕੀ ਸੋਚਦੇ ਵੀ ਬੰਦਾ ਜਿਵੇਂ ਮਰਜ਼ੀ ਮਰ ਜੇ ਰੱਬ ਨੂੰ ਮਿਲ ਪਏਗਾ? ਅੱਜ ਕੱਲ੍ਹ ਅਸੀਂ ਵੀ ਇੱਦਾਂ ਹੀ ਕਰਦੇ ਹਾਂ। ਅਜੇ ਬੰਦੇ ਦੀ ਸ਼ਰਾਬ ਫਰਿੱਜ 'ਚ ਪਈ ਹੁੰਦੀ ਹੈ ਤੇ ਗੁਰਦੁਆਰੇ ਝੋਕੇ ਦਿੱਤੇ ਜਾ ਰਹੇ ਹੁੰਦੇ ਨੇ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਤੇ ਉਹ ਜਿਹੜੇ ਬੋਲਣ ਵਾਲੇ ਹੁੰਦੇ ਨੇ ਉਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਵੀ ਅਸੀਂ ਕਰੀ ਕੀ ਜਾਂਦੇ ਆ, ਤੇ ਅਗਲੇ ਬੰਨੇ ਸੰਗਤ ਹੱਸ ਰਹੀ ਹੁੰਦੀ ਹੈ ਵੀ ਜੇ ਇਹਨੂੰ ਗੁਰਮੁਖ ਬਣਾ ਕੇ ਦਰਗਾਹ ਵਿੱਚ ਭੇਜਣਾ, ਜੇ ਇੱਥੇ ਘੱਟੋ ਘੱਟ ਘਰ ਵਾਲੀਆਂ ਬੋਤਲਾਂ ਤੇ ਚੁੱਕ ਲਓ ਪਹਿਲਾਂ। ਵੀ 20 ਬਰਾਂਡਾਂ ਦੀ ਸ਼ਰਾਬ ਪੀਂਦਾ ਬੰਦਾ ਮਰ ਗਿਆ, ਕਹਿੰਦੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਪਿੜ ਮੱਲਿਆ। ਹੁਣ ਗੁਰਦੁਆਰੇ ਦੇ ਵਿੱਚ ਮੇਰੇ ਵਰਗੇ ਜ਼ੋਰ ਲਾ ਰਹੇ ਹੁੰਦੇ ਨੇ, ਉਹ ਕੀ ਹੈ? ਉਹ ਸਾਰੀ ਇੱਕ ਸ਼ਾਮਦ ਹੈ, ਹੋਰ ਕੁਛ ਨਹੀਂ ਹੈਗਾ। ਸਤਿਗੁਰੂ ਉਹਨਾਂ ਲੋਕਾਂ ਨੂੰ ਕਹਿਣ ਲੱਗੇ ਭਾਈ ਤੁਸੀਂ ਆਪਣੇ ਆਪ ਹੀ ਜਮਾ ਘਟਾਓ ਕਰਦੇ ਹੋ ਵੀ ਜੰਮਿਆ ਤੇ ਦੁੱਖ ਮਿਲੇਗਾ ਜੀ, ਮਰੇਗਾ ਤੇ ਸੁੱਖ ਮਿਲੇਗਾ ਜੀ। ਇਹ ਨਹੀਂ, ਜਨਮ ਤੋਂ ਬਾਅਦ ਵੀ ਦੁੱਖ ਮਿਲੇਗਾ ਇਹ ਗਰੰਟੀ ਨਹੀਂ ਹੈ। ਇਹ ਮਤ ਸੋਚਣਾ ਕਿ ਜਨਮ ਤੋਂ ਬਾਅਦ ਤੁਹਾਨੂੰ ਦੁੱਖ ਮਿਲੇਗਾ। ਤੁਹਾਨੂੰ ਕਈ ਲੋਕ ਐਸੇ ਮਿਲਣਗੇ ਜਿਨ੍ਹਾਂ ਨੂੰ ਰੱਬ ਨੇ ਕੋਈ ਦੁੱਖ ਦਿੱਤਾ ਹੀ ਨਹੀਂ। ਜੰਮਿਆ ਤੇ ਮਾਂ ਪਿਓ ਦੇਵੀ ਦੇਵਤਿਆਂ ਵਰਗੇ ਮਿਲ ਗਏ, ਵੱਡਾ ਹੋਇਆ ਤੇ ਬੱਚੇ ਦੇਵੀ ਦੇਵਤਿਆਂ ਵਰਗੇ ਮਿਲ ਗਏ। ਨਾ ਸਰੀਰ ਤੇ ਕਦੇ ਕੋਈ ਰੋਗ ਆਇਆ, ਨਾ ਹੀ ਉਹਨੂੰ ਕਦੇ ਕਰਜ਼ੇ ਦੇ ਥੱਲੇ ਦਬਣਾ ਪਿਆ, ਨਾ ਹੀ ਉਹਦੇ ਜੀਵਨ ਵਿੱਚ ਕੋਈ ਆਪਦਾ ਆਈ। ਦੇਖੋ ਨਾ ਸਾਡੇ 'ਚ ਕਈ ਨੇ ਜਿਨ੍ਹਾਂ ਨੇ ਹਿੰਦੁਸਤਾਨ ਪਾਕਿਸਤਾਨ ਵੇਖਿਆ, ਕਈਆਂ ਨੇ 1984 ਵੇਖਿਆ। ਹੁਣ ਮੇਰੇ ਵਰਗੇ ਨੇ ਤਾਂ ਕੁਝ ਵੀ ਨਹੀਂ ਵੇਖਿਆ। ਨਾ ਅਸੀਂ ਮੈਂ ਪਾਕਿਸਤਾਨ ਉਹ ਉੱਜੜ ਕੇ ਆਇਆ, ਨਾ ਮੈਂ 84 ਦੇ ਵਿੱਚ ਮੈਂ ਕਿਤੇ ਕਿਸੇ ਪੇਟੀ ਥੱਲੇ ਲੰਮਾ ਪੈ ਕੇ ਜਾਨ ਬਚਾਈ ਹੈ। ਪਰ ਜਿਨ੍ਹਾਂ ਨੇ 84 ਵੇਖੀ ਹੈ ਉਹਨਾਂ ਨੂੰ ਭੁੱਲਦੀ ਨਹੀਂ ਹੈ। ਜਿਨ੍ਹਾਂ ਨੇ ਹਿੰਦੁਸਤਾਨ ਪਾਕਿਸਤਾਨ ਬਣਦਾ ਵੇਖਿਆ ਉਹ ਅੱਜ ਵੀ ਖੂਨ ਦੇ ਅਥਰੂ ਰੋਂਦੇ ਨੇ। ਹੁਣ ਪਤਾ ਨਹੀਂ ਉਹ ਦੋ ਸੱਜਣ ਜੀ ਕੇ ਵਨ ਗੁਰਦੁਆਰੇ ਹੈਗੇ ਕਿ ਨਹੀਂ ਹੈਗੇ, ਮੈਨੂੰ ਨਹੀਂ ਪਤਾ। ਪਰ ਜਿੱਦਣ ਮੈਨੂੰ ਉਹਨਾਂ ਨੇ ਆਪਣੀ ਵਿਥਿਆ ਸੁਣਾਈ ਸੀ, ਉਹ ਭਾਂਡਿਆਂ ਦੇ ਸਟੋਰ ਦੇ ਇੰਚਾਰਜ ਸੀਗੇ। ਕਹਿੰਦਾ ਗਿਆਨੀ ਜੀ ਮੈਂ ਆਪਣੇ ਸਾਹਮਣੇ ਆਪਣੇ ਪਰਿਵਾਰ ਨੂੰ ਵੱਢਦਿਆਂ ਵੇਖਿਆ, ਭਰਾਵਾਂ ਨੂੰ, ਮਾਵਾਂ ਨੂੰ, ਭੈਣਾਂ ਨੂੰ। ਤੇ ਕਹਿੰਦੇ ਤੁਹਾਨੂੰ ਮੈਂ ਦੱਸਾਂ ਮੈਨੂੰ ਕਿਹਨੇ ਬਚਾਇਆ? ਕਹਿੰਦੇ ਮੈਨੂੰ ਕਾਜੀ ਨੇ ਬਚਾਇਆ। ਬਾਂਹ ਫੜ ਕੇ ਭਜਾਤਾ, ਕਹਿੰਦਾ ਚੱਲ ਛੋਟਾ ਜਿਹਾ ਮੁੰਡਾ, ਕਹਿੰਦਾ ਨਹੀਂ ਤੇ ਉਹਨਾਂ ਤੋਂ ਬਾਅਦ ਮੇਰੀ ਵਾਰੀ ਸੀ। ਮਸੀਤ ਵਿੱਚ ਵੱਢੇ ਜਾ ਰਹੇ ਸੀ, ਜਿੰਨੇ ਸਿੱਖ ਫੜੇ ਉਹਨਾਂ ਨੇ, ਕਹਿੰਦਾ ਮੇਰੇ ਸਾਰਾ ਪਰਿਵਾਰ ਮੇਰੀਆਂ ਅੱਖਾਂ ਦੇ ਸਾਹਮਣੇ ਵੱਢਿਆ। ਹੁਣ ਇੱਥੇ ਸਤਿਗੁਰੂ ਕਹਿੰਦੇ ਨੇ ਇਹ ਕੀ ਗਰੰਟੀ ਹੈ ਕਿ ਬੰਦਾ ਮਰ ਗਿਆ ਤੇ ਰੱਬ ਨੂੰ ਮਿਲੇਗਾ? ਤੁਸੀਂ ਕਿਹਾ ਵੀ ਅਸੀਂ ਇਸ ਕਰਕੇ ਹੱਸਦੇ ਆ। ਸਤਿਗੁਰੂ ਕਹਿੰਦੇ ਰੱਬ ਨੂੰ ਮਿਲਣਾ ਸੌਖਾ ਨਹੀਂ ਹੈ। ਹਾਂਜੀ, ਬਿਨ ਸਤ ਸੰਗਤ ਭਗਤ ਤੇ ਜਾਣਿਓ ਪਾਵਨ ਆਨ। ਇਸ ਕਰਕੇ ਰੱਬ ਨੂੰ ਮਿਲਣਾ ਹੈ ਤੇ ਸੰਗਤ ਤੋਂ ਬਿਨਾ, ਭਗਤੀ ਤੋਂ ਬਿਨਾ, ਸਿਮਰਨ ਤੋਂ ਬਿਨਾ, ਨੇਕੀ ਤੋਂ ਬਿਨਾ, ਪੁੰਨ ਤੋਂ ਬਿਨਾ ਨਹੀਂ ਮਿਲਿਆ ਜਾ ਸਕਦਾ। ਮਰਨ ਨਾਲ ਨਹੀਂ ਰੱਬ ਮਿਲਦਾ। ਮਰਨ ਤੋਂ ਬਾਅਦ ਤੇ ਕੁੱਤੇ ਬਿੱਲੇ ਦੀਆਂ ਜੂਨਾਂ ਵੀ ਮਿਲਦੀਆਂ ਨੇ, ਮਰਨ ਤੋਂ ਬਾਅਦ ਤੇ 84 ਲੱਖ ਜੂਨਾਂ ਦੇ ਗੇੜ ਵੀ ਮਿਲਦੇ ਨੇ। ਹਾਂ, ਇਹ ਵੀ ਠੀਕ ਹੈ। ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਪਰਮਾਨੰਦ ਦੀ ਪ੍ਰਾਪਤੀ ਵੀ ਹੋ ਸਕਦੀ ਹੈ
ਪਰ ਇਹ ਤੁਹਾਡੇ ਕਰਮਾਂ ਤੇ ਮਨੁਸਰ ਹੈ। ਇਹ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਤਾਂ ਆਪਣੇ ਆਪਣੇ ਕਰਮ ਨੇ, ਕੋਈ ਰੱਬ ਦੇ ਨੇੜੇ ਚਲੇ ਜਾਂਦਾ, ਕੋਈ ਰੱਬ ਤੋਂ ਹੋਰ ਦੂਰ ਚਲਾ ਜਾਂਦਾ ਹੈ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।